ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂ ਦੇਹੈ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਤੀਜੇ ਦਿਨ ਦਾ ਦੀਵਾਨ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ। ਜਪਜੀ ਸਾਹਿਬ ਜੀ ਦੀ ਕਥਾ ਗੁਰੂ ਕੀ ਕਿਰਪਾ ਦੇ ਨਾਲ ਜੋ ਆਰੰਭ ਹੋਈ ਹੈ, ਉਸ ਕਥਾ ਦੇ ਵਿੱਚ ਅਸੀਂ ਹੁਣ ਤੱਕ ਪਿਛਲੇ 2 ਦਿਨਾਂ ਦੇ ਵਿੱਚ 11 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ ਔਰ ਅੱਜ ਇਸ ਤੋਂ ਅੱਗੇ 12ਵੀਂ ਪੌੜੀ ਤੋਂ ਵਿਚਾਰ ਹੋਵੇਗੀ। ਆਓ ਆਪੋ ਆਪਣੇ ਮਨ ਨੂੰ ਇਸੇ ਤਰ੍ਹਾਂ ਇਕਾਗਰ ਕਰਦਿਆਂ ਹੋਇਆਂ ਗੁਰੂ ਕੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਗੁਰੂ ਕੀ ਅਸੀਸ ਪ੍ਰਾਪਤ ਕਰੀਏ। ਸਭ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥੋੜੀ ਜਿਹੀ ਕਰੋ, ਜ਼ਿਆਦਾ ਨਹੀਂ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ। ਹਾਂਜੀ। ਜੇ ਕੋ ਕਹੈ ਪਿਛੇ ਪਛਤਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬੋਲ। ਅੱਜ ਜੋ ਪੌੜੀ ਆਰੰਭ ਹੋਈ ਹੈ, ਠੀਕ ਹੈ ਆਵਾਜ਼, ਠੀਕ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਜਪਜੀ ਸਾਹਿਬ ਬਾਣੀ ਪਿੱਛੇ ਅਸੀਂ ਇਹ ਸੁਣਿਆ, ਕਿਉਂਕਿ ਅੱਜ ਮੰਨਣ ਦੀ ਗੱਲ ਆ। ਮੰਨਣਾ ਕੀ ਹੈ, ਕਿਸ ਗੱਲ ਨੂੰ ਮੰਨਣਾ ਹੈ, ਅੱਜ ਮਹਾਰਾਜ ਨੇ ਮੰਨਣ ਦੀ ਗੱਲ ਕੀਤੀ। ਮੰਨਣਾ ਇਹ ਆ, ਸਭ ਤੋਂ ਪਹਿਲਾਂ ਤੇ ਇਹ ਮੰਨਣਾ ਹੈ ਕਿ ਜਪ ਤੋਂ ਬਿਨਾਂ ਜ਼ਿੰਦਗੀ ਪਵਿੱਤਰ ਨਹੀਂ, ਇਹ ਮੰਨਣਾ ਪਏਗਾ। ਫਿਰ ਇਹ ਮੰਨਣਾ ਪਏਗਾ ਵੀ ਜਪਣਾ ਕਿਹਨੂੰ ਆ। ਉਹਨੂੰ ਜਪਣਾ ਹੈ ਜਿਹੜਾ ਆਦਿ ਤੋਂ ਸੱਚ ਹੈ, ਜੁਗਾਦ ਤੋਂ ਸੱਚ ਹੈ, ਹੁਣ ਵੀ ਸੱਚ ਆ ਤੇ ਅੱਗੇ ਵੀ ਸੱਚ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸੋ ਗੁਰ ਕਰੋ ਜੇ ਬਾਹੁਰ ਨਾ ਕਰਨਾ। ਉਹ ਸੱਚ ਨੂੰ ਆਪਣਾ ਗੁਰੂ ਧਾਰਨ ਕਰੋ, ਜਿਹਨੇ ਕਦੀ ਜੰਮਣਾ ਮਰਨਾ ਨਹੀਂ ਤੇ ਮੁੜ ਕੇ ਸਾਨੂੰ ਦੂਜਾ ਗੁਰੂ ਧਾਰਨ ਕਰਨ ਦੀ ਲੋੜ ਹੀ ਨਹੀਂ ਪੈਣੀ। ਇਹ ਮੰਨਣਾ ਹੈ ਕਿ ਅਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ। ਉਸ ਤੋਂ ਬਾਅਦ ਫਿਰ ਇਹ ਮੰਨਣਾ ਪਏਗਾ, ਵਿਖਾਵੇ ਦੇ ਧਾਰਮਿਕ ਕਰਮ ਕਰਨ ਦੇ ਨਾਲ ਆਤਮਾ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ, ਜੇ ਰਾਏ ਰਹਾ ਲਿਵਤਾਰ। ਇਹ ਮੰਨਣਾ ਪਏਗਾ, ਬਾਹਰ ਦੇ ਵਿਖਾਵੇ ਦੇ ਨਾਲ ਆਤਮਿਕ ਪੱਧਰ ਦੇ ਜੀਵਨ ਦੇ ਉੱਤੇ ਰੱਤਾ ਭਰ ਵੀ ਅਸਰ ਨਹੀਂ ਪੈਂਦਾ। ਫਿਰ ਇਹ ਮੰਨਣਾ ਪਏਗਾ, ਜਿਹਨੂੰ ਜਪਦੇ ਆ ਉਹ ਸਾਡਾ ਬਣਾਇਆ ਹੋਇਆ ਨਹੀਂ ਬਣਿਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹਨੂੰ ਅਸੀਂ ਬਣਾ ਲਿਆ, ਸਥਾਪਿਤ ਕਰ ਦਿੱਤਾ, ਕੁਝ ਸਮੇਂ ਬਾਅਦ ਉਹ ਫਿਰ ਖੰਡਨ ਹੋ ਗਿਆ ਹੈ, ਉਹਦੀ ਬਾਂਹ ਝੜ ਗਈ ਹੈ ਜਾਂ ਲੱਤ ਝੜ ਗਈ ਹੈ ਜਾਂ ਕੁਛ ਵੀ ਹੋਇਆ, ਇਹਦਾ ਮਤਲਬ ਵੀ ਉਹ ਰੱਬ ਨਹੀਂ ਹੈਗਾ। ਇਹ ਮੰਨਣਾ ਪਏਗਾ ਕਿ ਸਾਡਾ ਬਣਾਇਆ ਹੋਇਆ ਰੱਬ ਨਹੀਂ ਬਣਦਾ। ਇਹਨਾਂ ਗੱਲਾਂ ਨੂੰ ਮੰਨ ਕੇ ਫਿਰ ਅਰਦਾਸ ਕਰਦਾ ਹੈ ਮਨੁੱਖ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਦਾਂ ਦਾ ਜਿਹੜਾ ਉਹ ਕਿਤੇ ਮੈਨੂੰ ਭੁੱਲ ਨਾ ਜਾਵੇ। ਫਿਰ ਅੱਗੋਂ ਮੰਨਣਾ ਪਊਗਾ। ਤੀਰਥਾਂ ਤੇ ਫਿਰਿਆ ਵੀ ਕੋਈ ਫਰਕ ਨਹੀਂ ਪੈਂਦਾ।
ਬਹੁਤੀ ਲੰਮੀ ਉਮਰ ਬਣਾਉਣ ਲੈਣ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਹ ਮੰਨਣਾ ਪਏਗਾ। ਕੀ ਅੱਗੋਂ ਮੰਨਣਾ ਪਏਗਾ? ਸੁਣੈ ਈਸਰ ਬ੍ਰਹਮਾ ਇੰਦ। ਇਹ ਮਨ ਆ ਕੇ ਜਿੰਨਾ ਚਿਰ ਉਸ ਕਰਤੇ ਪੁਰਖ ਦੇ ਨਾਮ ਨੂੰ ਤੂੰ ਸੁਣਦਾ ਨਹੀਂ, ਔਰ ਸੁਣਨ ਦੀ ਆਦਤ ਕਿੱਥੇ ਪਏਗੀ? ਇਹ ਤੈਨੂੰ ਮੰਨਣਾ ਪਏਗਾ। ਘਰ ਬਹਿ ਕੇ ਨਾਮ ਜਪਣ ਦੀ ਰੌਂ ਪੈਦਾ ਨਹੀਂ ਹੋ ਸਕਦੀ ਜਿੰਨਾ ਚਿਰ ਸੰਗਤ ਨਹੀਂ ਕਰਦਾ। ਸੰਗਤ ਦੇ ਵਿੱਚ ਆ ਕੇ ਹੀ ਅਸਰ ਪੈਂਦਾ, ਔਰ ਇਹ ਐਸਾ ਅਸਰ ਪਏਗਾ ਜਿਨ੍ਹਾਂ ਦੇ ਉੱਤੇ ਪੂਰਾ ਚੰਗੀ ਤਰ੍ਹਾਂ ਅਸਰ ਪੈ ਜਾਂਦਾ, ਉਹ ਤੇ ਮੁੜ ਕੇ ਫਿਰਦੇ ਤੁਰਦੇ ਵਿਹਾਰ ਕਰਦੇ ਵੀ ਨਾਮ ਜਪਦੇ ਰਹਿੰਦੇ। ਇਹ ਮੰਨਣਾ ਪਏਗਾ। ਸਭ ਤੋਂ ਪਹਿਲਾਂ ਇਹ ਮੰਨ, ਕਿਉਂਕਿ ਮੰਨੇ ਕੀ ਗਤ ਕਹੀ ਨਾ ਜਾਏ, ਅੱਜ ਇਹ ਆਰੰਭ ਹੋਈ ਹੈ। ਪਹਿਲੋਂ ਸੁਣ ਸੰਗਤ ਵਿੱਚ ਆ ਕੇ। ਸੰਗਤ ਵਿੱਚ ਆ ਕੇ ਸੁਣਦਿਆਂ ਸੁਣਦਿਆਂ ਜਿਹੜਾ ਮਹਾਰਾਜ ਕਹਿੰਦੇ ਨੇ ਨਾ, ਸੁਣਾ ਈਸਰ ਬ੍ਰਹਮਾ ਇੰਦ, ਉਹ ਵੱਡੇ ਵੱਡਿਆਂ ਦੀ ਬਰਾਬਰੀ ਉਹ ਤੋਂ ਗਾਂਹ ਚਲਿਆ ਜਾਏਗਾ। ਉਹ ਸੁਣਨਾ ਵੀ ਬੜਾ ਔਖਾ ਹੈ, ਬਹੁਤ ਔਖਾ ਹੈ ਸੁਣਨਾ। ਇੱਕ ਤੇ ਇੱਥੇ ਬਹਿ ਕੇ ਵਿਚਾਰ ਸੁਣ ਲਈ, ਤੇ ਅਸਲ ਸੁਣਨਾ ਕੀ ਆ? ਅਸਲ ਸੁਣਨਾ ਇਹ ਆ ਵੀ ਤੈਨੂੰ ਮੰਨਣਾ ਪਏਗਾ। ਇੱਥੇ ਵਾਹਿਗੁਰੂ ਨਾਮ ਜਪਣ ਦਾ ਤਰੀਕਾ ਤੈਨੂੰ ਪਤਾ ਲੱਗ ਗਿਆ। ਮੁੜ ਕੇ ਘਰ ਬਹਿ ਕੇ ਜਾਂ ਕਿਤੇ ਵੀ ਇਕਾਂਤ ਵਿੱਚ ਬੈਠ ਕੇ ਕੁਝ ਸਮਾਂ ਕੱਢ ਕੇ ਅੰਮ੍ਰਿਤ ਵੇਲੇ ਉਹ ਜਿਹੜਾ ਵਾਹਿਗੁਰੂ ਗੁਰਮੰਤਰ ਆ ਨਾ, ਉਹਨੂੰ ਜ਼ਬਾਨ ਰਾਹੀਂ ਬੋਲ ਤੇ ਕੰਨਾਂ ਰਾਹੀਂ ਸੁਣ। ਇਹ ਸਭ ਤੋਂ ਔਖਾ ਹੈ। 1 ਮਿੰਟ ਵੀ ਕੋਈ ਬੰਦਾ ਨਾਮ ਨਹੀਂ ਸੁਣ ਸਕਦਾ ਜੀ, ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ। 1 ਮਿੰਟ ਵੀ ਸੁਣਨਾ ਬਹੁਤ ਔਖਾ ਹੈ। ਤਾਂ ਕਰਕੇ ਮਹਾਰਾਜ ਨੇ 4 ਪੌੜੀਆਂ ਸੁਣ। ਅਸੀਂ ਸੁਣਨਾ ਪਤਾ ਕੀ ਕਹਿੰਦੇ ਆ? ਅਸੀਂ ਸੁਣਨਾ ਇਹ ਸਮਝ ਲੈਂਦੇ ਆ ਵੀ 1 ਘੰਟਾ ਕਥਾ ਕਰਤੀ, ਠੀਕ ਆ ਜੀ, ਕਥਾ ਕਰਨ ਵਾਲੇ ਨੇ ਕਰ ਲਈ। 1 ਘੰਟਾ ਬਹਿ ਕੇ ਕਥਾ ਸੁਣ ਲਈ, 1 ਘੰਟਾ ਕੀਰਤਨ ਸੁਣ ਲਿਆ। ਨਹੀਂ, 1 ਘੰਟੇ ਦੇ ਵਿੱਚੋਂ ਵੱਧ ਤੋਂ ਵੱਧ ਕੋਈ 1-2 ਮਿੰਟ ਸੁਣਿਆ ਜਾਂਦਾ ਢੰਗ ਤਰੀਕੇ ਨਾਲ। 1-2 ਮਿੰਟ ਹੀ ਢੰਗ ਤਰੀਕੇ ਦੇ ਨਾਲ ਕੀਰਤਨ, 1-2 ਮਿੰਟ ਹੀ ਢੰਗ ਤਰੀਕੇ ਦੇ ਨਾਲ ਕਥਾ ਸੁਣੀ ਜਾਂਦੀ ਆ। ਸੁਣਨਾ ਬਹੁਤ ਔਖਾ, ਕਿਉਂਕਿ ਸੁਣਨਾ ਇਹ ਆ ਕਿ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਸੁਣ ਰਿਹਾ ਵਾਂ। ਉਹ ਕੀ ਸੁਣ ਰਹੇ ਨੇ? ਉਹ ਆਂਦੇ ਨੇ ਅਨਮੜਿਆ ਮੰਦਲ ਬਾਜਾ, ਬਿਨ ਸਾਵਨ ਘਨ ਹਰ ਗਾਜਾ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰਾ ਕੋਈ। ਉਹ ਅੰਦਰ ਜਦੋਂ ਨਾਮ ਦੀ ਗੂੰਜ ਚੱਲ ਜਾਏਗੀ ਨਾ, ਤੇ ਫਿਰ ਉਸ ਗੂੰਜ ਦੇ ਨਾਲ ਬਾਹਰ ਦਾ ਰੌਲਾ ਰੱਪਾ ਮੁੱਕ ਜਾਣਾ। ਫਿਰ 8 ਪਹਿਰ ਨਾਮ ਦੀ ਧੁਨ ਅੰਦਰ ਚੱਲੇਗੀ। ਉਹ ਜਿਹੜਾ ਸੁਣਨਾ ਹੈ, ਵਾਹਿਗੁਰੂ ਜਪ ਰਹੇ ਆ ਤੇ ਬਾਕੀ ਫੁਰਨਾ ਕੋਈ ਆਵੇ ਹੀ ਨਾ, ਬਾਕੀ ਧਿਆਨ ਕੋਈ ਆਵੇ ਹੀ ਨਾ। ਜੇ 1 ਮਿੰਟ ਇੱਥੇ ਜਪ ਕੇ ਵੇਖੀਏ, ਘੜੀ ਦੇ ਟਾਈਮ ਨਾਲ 1 ਮਿੰਟ ਬਹੁਤਾ ਨਹੀਂ। ਵੇਖਨੇ ਆ ਭਲਾ 1 ਮਿੰਟ ਅਸੀਂ ਸੁਣ ਸਕਦੇ ਹਾਂ? ਚਲੋ ਤਿਆਰੀ ਕਰੋ ਸਾਰੇ, ਚੌਕੜਾ ਮਾਰੋ। ਵਾਹਿਗੁਰੂ 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 ਵਾਹਿਗੁਰੂ। ਇੰਨੇ ਸਮੇਂ ਦੇ ਵਿੱਚ ਮੈਂ ਕਿੰਨੀ ਵਾਰੀ ਬਾਹਰ ਨਿਕਲ ਗਿਆ, ਵਿੱਚ ਨਹੀਂ ਸੁਣਿਆ ਗਿਆ, ਮੇਰੇ ਕੋਲ ਤਾਂ ਨਹੀਂ ਸੁਣਿਆ ਗਿਆ। ਬਹੁਤ ਜ਼ਿਆਦਾ ਗੁਰਸਿੱਖ ਅਭਿਆਸੀ ਹੈ ਨੇ ਜਿਨ੍ਹਾਂ ਨੇ ਸੁਣਿਆ ਵਾ ਪੂਰਾ।
ਮੇਰੇ ਕੋ ਕਿੰਨੀ ਵਾਰੀ ਵਿੱਚ ਕਦੀ ਕੋਈ ਵਿਚਾਰ ਆਈ, ਕਦੀ ਕੁਛ ਆਇਆ, ਜਾਂ ਕਦੀ ਇਹ ਹੀ ਆਇਆ, ਮੈਂ ਸੁਣ ਰਿਹਾ ਵਾਂ, ਮੈਂ ਆਹ ਕਰ ਰਿਹਾ ਹਾਂ, ਮੈਂ ਬਾਹਰ ਨਹੀਂ ਨਿਕਲਣਾ, ਉਹ ਇਹਨਾਂ ਗੱਲਾਂ ਵਿੱਚ ਹੀ ਉਲਝੇ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ। ਔਰ ਇਹ ਜਿਹੜੀ ਸੁਰਤ ਨੂੰ ਪਕਾਉਣਾ ਨਾ, ਸੁਰਤ ਪੱਕੇ ਇਦਾਂ ਦਾ ਸੁਣਨ ਵਾਲੇ ਨੂੰ ਆਖਿਆ ਵਾ ਵੀ ਬਹੁਤੀ ਵਾਰੀ ਨਹੀਂ, ਇੱਕ ਵਾਰੀ ਕਹਿ ਲੈ ਤੇ ਇੱਕ ਵਾਰੀ ਸੁਣ ਲੈ, ਜ਼ਿੰਦਗੀ ਦਾ ਬੇੜਾ ਪਾਰ। ਕਬੀਰ ਸਾਹਿਬ ਜੀ ਮਹਾਰਾਜ ਨੇ ਤਾਂ ਹੀ ਆਖਿਆ ਸੀ, ਲੋਈ ਇਹ ਕੀ ਕੀਤਾ ਜੀ, ਕੋੜੇ ਦਾ ਕੋੜ ਠੀਕ ਕਰਨ ਵਾਸਤੇ 4 ਵਾਰੀ ਰਾਮ ਕਹਿਤਾ ਜੀ। ਕਿਉਂਕਿ ਕਬੀਰ ਸਾਹਿਬ ਜੀ ਮਹਾਰਾਜ ਘਰ ਨਹੀਂ, ਤੇ ਉਹ ਮੰਜੀ ਤੇ ਪਾ ਕੇ ਲੈ ਕੇ ਆ ਗਏ ਨੇ ਮਹਾਰਾਜ ਦੀ ਸੋਭਾ ਸੁਣ ਕੇ। ਤੇ ਮਾਤਾ ਲੋਈ ਜੀ ਕਹਿੰਦੇ ਨੇ ਮਹਾਰਾਜ ਤੇ ਘਰ ਨਹੀਂ, ਉਹਨਾਂ ਨੇ ਮੰਜੀ ਰੱਖਤੀ, ਕਹਿੰਦੇ ਬੜੀ ਦੂਰੋਂ ਆਏ ਆ, ਜੇ ਮਹਾਰਾਜ ਘਰ ਨਹੀਂ ਉਹਨਾਂ ਦੀ ਤੁਸੀਂ ਧਰਮ ਪਤਨੀ ਜੇ, ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ, ਸਾਨੂੰ ਪਤਾ ਵਾ ਤੁਸੀਂ ਇਹਨਾਂ ਦਾ ਕੋੜ ਠੀਕ ਕਰ ਸਕਦੇ ਹੋ, ਤੁਸੀਂ ਕਰ ਦਿਓ। ਉਹਨਾਂ ਕਿਹਾ ਠੀਕ ਆ। ਮਾਤਾ ਲੋਈ ਜੀ ਖਲੋ ਗਏ, ਮੰਜੀ ਤੇ ਕੋੜਾ ਪਾਇਆ ਹੋਇਆ, ਉਹਨੂੰ ਮਾਤਾ ਜੀ ਕਹਿੰਦੇ ਆ ਪੁੱਤ ਬੋਲ ਰਾਮ। ਮੰਜੀ ਤੇ ਪਏ ਹੋਏ ਨੇ ਆਖਿਆ ਰਾਮ। ਉਹਦੇ ਸਿਰ ਤੱਕ ਗਰਦਨ ਤੱਕ ਦਾ ਜਿਹੜਾ ਕੋੜ ਸੀ ਉਹ ਠੀਕ ਹੋ ਗਿਆ। ਫਿਰ ਆਖਿਆ ਬੋਲ ਰਾਮ, ਪੇਟ ਤੱਕ ਕੋੜ ਠੀਕ ਹੋ ਗਿਆ। ਫਿਰ ਆਖਿਆ ਬੋਲ ਰਾਮ, ਤੇ ਲੱਤਾਂ ਦਾ ਕੋੜ ਠੀਕ ਹੋ ਗਿਆ। ਚੌਥੀ ਵਾਰੀ ਜਦੋਂ ਆਖਿਆ ਬੋਲ ਰਾਮ, ਤੇ ਕਬੀਰ ਸਾਹਿਬ ਜੀ ਆ ਗਏ ਸੀ, ਉਹ ਵੇਖ ਰਹੇ ਸੀ ਵੀ ਕੀ ਕਰਦੇ ਆ। ਚੌਥੀ ਵਾਰੀ ਆਖਿਆ ਬੋਲ ਰਾਮ, ਤੇ ਚੌਥੀ ਵਾਰੀ ਕਹਿਣ ਨਾਲ ਸਾਰਾ ਕੋੜ ਠੀਕ ਹੋ ਗਿਆ। ਪਰ ਮਹਾਰਾਜ ਨੇ ਆ ਕੇ ਕੀ ਆਖਿਆ, ਕਬੀਰ ਸਾਹਿਬ ਜੀ ਕਹਿੰਦੇ ਨੇ ਲੋਈ ਰਾਮ ਨਾਮ ਇੰਨਾ ਸਸਤਾ ਲਾਤਾ ਹੀ ਵੀ ਇੱਕ ਬੰਦੇ ਦਾ ਕੋੜ ਹਟਾਉਣ ਵਾਸਤੇ 4 ਵਾਰੀ ਰਾਮ ਕਹਿਣਾ ਪਵੇ। ਉਹ ਕਿੱਦਾਂ ਕਹਿੰਦੇ ਹੋਣਗੇ ਤੇ ਕੀ ਉਹਨਾਂ ਦੀ ਅਵਸਥਾ ਹੋਊਗੀ ਵੀ ਜਿਹੜੇ ਝਿੜਕ ਰਹੇ ਆ, ਇੱਕ ਕੋੜ ਹਟਾਉਣ ਵਾਸਤੇ 4 ਵਾਰੀ ਰਾਮ ਕਹਿਣਾ ਪੈ ਗਿਆ। ਇੱਕੋ ਵਾਰੀ ਕਹਿੰਦੀ ਰਾਮ, ਜੇ ਕੋੜ ਹਟਾਉਣਾ ਹੀ ਸੀ ਤੇ ਕੋੜਿਆਂ ਦੀ ਲਾ ਦਿੰਦੀ ਲਾਈਨ, ਤੇ ਇੱਕ ਵਾਰੀ ਕੋੜ ਕਹਿੰਦੀ ਤੇ ਪੂਰੀ ਰਾਮ ਕਹਿੰਦੀ ਤੇ ਪੂਰੇ ਲਾਈਨ ਦਾ ਹੀ ਕੋੜ ਠੀਕ ਹੋ ਜਾਣਾ ਸੀ। ਮਾਤਾ ਲੋਈ ਨੇ ਫਿਰ ਆਖਿਆ ਬਿਲਕੁਲ ਸੱਚ ਬਚਨ ਆ, ਤੁਸੀਂ ਇੱਕ ਲਾਈਨ ਲਵਾਓ ਤੇ ਜਿੰਨੇ ਵੀ ਤੁਹਾਡੀ ਨਜ਼ਰ ਦੇ ਹੇਠ ਆਉਣ ਉਹ ਸਾਰਿਆਂ ਨੂੰ ਠੀਕ ਤੁਸੀਂ ਕਰ ਸਕਦੇ ਹੋ। ਕਿਉਂਕਿ ਮਹਾਰਾਜ ਕਹਿੰਦੇ ਨੇ ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੇਂ ਇੱਕ ਕਣੀ। ਇੱਕ ਕਣੀ ਭਾਵ ਕਿ ਥੋੜਾ ਜਿਹਾ ਕਿਣਕਾ ਕਮਾਤਰ ਆਪਣੇ ਜੱਪੇ ਵਿੱਚੋਂ ਦਾਨ ਕਰਦੇ ਤੇ ਗੁਰਮੁਖ ਕਰੋੜਾਂ ਦਾ ਭਲਾ ਕਰ ਸਕਦਾ ਹੈ। ਮਾਤਾ ਲੋਈ ਨੇ ਆਖਿਆ ਬਚਨ ਇਦਾਂ ਹੀ ਆ, ਤੁਸੀਂ ਕਰ ਸਕਦੇ ਹੋ, ਪਰ ਜਿਸ ਅਵਸਥਾ 'ਚ ਜਾ ਕੇ ਤੁਸੀਂ ਰਾਮ ਕਹਿੰਦੇ ਹੋ ਮੈਂ ਅਜੇ ਉੱਥੇ ਨਹੀਂ ਪਹੁੰਚੀ। ਤੇ ਇਹ ਜਿਹੜਾ ਸੁਣਨ ਵਾਲਾ ਵਾ ਨਾ, ਇਹ ਜਿਹੜਾ ਕਹਿਣ ਵਾਲਾ ਸੀ ਮੂੰਹ ਵਿੱਚੋਂ ਸੁਣ ਕੇ, ਇਹਦੇ ਕੋਲੋਂ ਵੀ ਉੱਥੇ ਅਵਸਥਾ ਇਹਦੀ ਵੀ ਹੈ ਨਹੀਂ ਤੇ ਮੇਰੀ ਵੀ ਨਹੀਂ। ਤੁਹਾਡੀ ਅਵਸਥਾ ਵਾਲਾ ਕਹਿਣ ਵਾਲਾ ਹੋਵੇ ਤੇ ਤੁਹਾਡੀ ਅਵਸਥਾ ਵਾਲਾ ਸੁਣਨ ਵਾਲਾ ਹੋਵੇ, ਤੇ ਫਿਰ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਅੱਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਮੰਨ। ਜੇ ਕੂੜ ਦੀ ਕੰਧ ਢਾਉਣੀ ਆ, ਜੇ ਕੂੜ ਦੀ ਪਾਲ ਢਾ ਕੇ ਵਾਹਿਗੁਰੂ ਕਰਤੇ ਪੁਰਖ ਜੀ ਦਾ ਦਰਸ਼ਨ ਕਰਨਾ, ਤੇ ਇਹ ਸਾਰੀਆਂ ਗੱਲਾਂ ਨੂੰ ਮੰਨੇਗਾ ਤੇ ਅੱਗੇ ਤੋਂ ਅੱਗੇ ਅਵਸਥਾ ਉੱਚੀ ਹੁੰਦੀ ਜਾਏਗੀ। ਤੇ ਜਿਹੜਾ ਇਹਨਾਂ ਗੱਲਾਂ ਨੂੰ ਮੰਨ ਲਏ ਭਈ ਮੈਂ ਨਾਮ ਜਪਣ ਲੱਗਿਆ ਸੁਣਾ, ਨਿਤਨੇਮ ਕਰ ਲੱਗਿਆ ਆਪਣਾ ਬੋਲਿਆ ਹੋਇਆ ਸੁਣਾ, ਪੂਰਾ ਕੀਰਤਨ ਸੁਣਨਾ ਹੈ। ਸੁਣਨਾ ਤੇ ਬੜਾ ਔਖਾ, ਜੇ ਕੋਈ ਮੰਨ ਕੇ ਇਹ ਕੰਮ ਕਰ ਲੱਗ ਪਵੇ ਤੇ ਉਹਨੂੰ ਮਾਰੇ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ 1 ਘੰਟਾ ਕੀਰਤਨ ਸੁਣ ਲੈਂਦਾ ਉਹ ਤੇ ਬੜੀ ਵੱਡੀ ਗੱਲ ਆ। ਸੁਣਦੇ ਆ ਸੁਣਨ ਵਾਲੇ, ਧਰਤੀ ਖਾਲੀ ਨਹੀਂ ਹੈਗੀ। ਜੇ ਸੁਣਨ ਵਾਲੇ ਬੈਠੇ ਹੋਏ ਆ, ਸੁਣਾਉਣ ਵਾਲੇ ਵੀ ਇਦਾਂ ਦੇ ਬੈਠੇ ਹੋਏ ਤੇ ਤਾਂ ਹੀ ਧਰਤੀ ਟਿਕੀ ਹੋਈ ਆ। ਮਾਰੇ ਕਹਿੰਦੇ ਨੇ ਇਦਾਂ ਦਾ ਜਿਹੜਾ ਗੁਰਮੁਖ ਆ ਨਾ, ਉਹਦੀ ਅਵਸਥਾ ਇੰਨੀ ਉੱਚੀ ਹੁੰਦੀ ਆ ਭਈ ਕੋਈ ਵੀ ਕਥਾਵਾਚਕ ਬੰਦਾ, ਕੋਈ ਗਿਆਨੀ ਬੰਦਾ ਸਾਰੀ ਦੁਨੀਆ ਦਾ ਗਿਆਨ ਇਕੱਠਾ ਕਰਕੇ ਵੀ ਗੁਰਮੁਖ ਦੀ ਅਵਸਥਾ ਦੱਸਣ ਲੱਗੇ ਤੇ ਉਹ ਦੱਸੀ ਨਹੀਂ ਜਾ ਸਕਦੀ। ਜੇ ਕੋ ਫੇਰ ਵੀ ਜਿੱਦ ਕਰਕੇ ਆਖੇ ਵੀ ਮੈਂ ਦੱਸਾਂਗਾ ਤੇ ਕੀ ਹੋਏਗਾ, ਜੇ ਕੋ ਕਹੈ ਪਿਛੈ ਪਛਤਾਏ, ਕਹਿਣ ਦਾ ਯਤਨ ਕਰੇਗਾ ਪਰ ਉਹਦੇ ਕੋਲੋਂ ਦੱਸਿਆ ਨਹੀਂ ਜਾਏਗਾ, ਪਛਤਾ ਕੇ ਹੱਥ ਜੋੜ ਕੇ ਪਿੱਛੇ ਹੋਣਾ ਪਏਗਾ ਕਿ ਗੁਰਮੁਖ ਦੀ ਅਵਸਥਾ ਬੋਲ ਕੇ ਬਿਆਨ ਨਹੀਂ ਕੀਤੀ ਜਾਂਦੀ। ਜਿਹੜਾ ਮੰਨ ਲੈਂਦਾ ਹੈ ਜੀ ਕਾਗਦ ਕਲਮ ਨਾਲ ਲਿਖਣ ਹਾਰ। ਇਹਨਾਂ ਬਚਨਾਂ ਨੂੰ ਜੋ ਆਪ ਜੀ ਨੇ ਸੁਣ ਲਿਆ, ਪਹਿਲਾਂ ਗੁਰੂ ਕੀ ਰਹਿਤ, ਜਪ ਕਿਵੇਂ ਕਰਨਾ ਹੈ, ਕਿਹਦਾ ਕਰਨਾ ਹੈ, ਕਿਸ ਢੰਗ ਨਾਲ ਕਰਨਾ ਹੈ, ਜਿਹੜਾ ਇਹਨਾਂ ਬਚਨਾਂ ਨੂੰ ਸੁਣ ਕੇ ਮੰਨ ਲੈਂਦਾ ਹੈ
ਉਹਦੀ ਅਵਸਥਾ ਨਾ ਕਾਗਜ਼ ਤੇ ਲਿਖੀ ਜਾ ਸਕਦੀ ਆ ਤੇ ਨਾ ਕੋਈ ਕਲਮ ਫੜ ਕੇ ਲਿਖਣ ਦੇ ਯੋਗ ਹੈ। ਮੰਨੇ ਕੀ ਗਤ ਮੰਨੇ ਕਾ ਬਹਿ ਕਰਨ ਵਿਚਾਰ। ਉਂਝ ਸਿਆਣੇ ਸਿਆਣੇ ਬੰਦੇ ਬਹਿ ਕੇ ਮੰਨਣ ਵਾਲੇ ਦੀ ਵਿਚਾਰ ਕਰਦੇ ਆ। ਪਤਾ ਕਿਵੇਂ ਵਿਚਾਰ ਕਰਦੇ ਆ? ਇੱਥੇ ਜਦੋਂ ਵੀ ਕੋਈ ਬੰਦਗੀ ਵਾਲਾ ਪੁਰਖ ਦੁਨੀਆ ਤੇ ਆਇਆ, ਜਿਹੜੇ ਦਾਨੇ ਬੰਦੇ ਨੇ ਉਹ ਬਹਿ ਕੇ ਵਿਚਾਰ ਕਰਦੇ ਨੇ, ਲੈ ਵੀ ਕਿੰਨੀ ਕੁ ਕਮਾਈ ਹੋਏਗੀ ਇਹਨਾਂ ਦੀ, ਉਹ ਕਿੱਦਾਂ ਨਾਮ ਜਪਦੇ ਹੋਣਗੇ, ਰਾਤ ਸੌਂਦੇ ਵੀ ਹੋਣਗੇ ਕਿ ਨਹੀਂ ਸੌਂਦੇ ਹੋਣਗੇ। ਬਹਿ ਬਹਿ ਕੇ ਸਿਆਣੇ ਬੰਦੇ ਵਿਚਾਰਾਂ ਕਰਦੇ ਆ। ਕਿਹਦੀਆਂ? ਜਿਹਨੇ ਉਹ ਬਚਨ ਨੂੰ ਮੰਨ ਲਿਆ ਵੀ ਨਾਮ ਕਿਵੇਂ ਜਪਣਾ ਹੈ, ਅੰਦਰੋਂ ਧੁਨ ਨੂੰ ਕਿਵੇਂ ਸੁਣਨਾ, ਤਨ ਤੇ ਮਨ ਦੀ ਜਿਹਦੀ ਰਹਿਤ ਪੂਰੀ ਹੋ ਗਈ ਹੈ। ਤਨ ਦੀ ਰਹਿਤ ਵੀ ਆ, ਮਨ ਦੀ ਰਹਿਤ ਵੀ ਆ। ਜਿਹਨੇ ਦੋਵੇਂ ਰਹਿਤਾਂ ਰੱਖ ਕੇ ਤੇ ਉਸ ਧੁਨ ਨੂੰ ਅੰਦਰ ਸੁਣਿਆ, ਬਾਰੇ ਕਹਿੰਦੇ ਸਿਆਣੇ ਸਿਆਣੇ ਲੋਕ ਬਹਿ ਕੇ ਉਹਦੀ ਅਵਸਥਾ ਦੀ ਫਿਰ ਵਿਚਾਰ ਕਰਦੇ ਹਨ। ਐਸਾ ਨਾਮ ਨਿਰੰਜਨ ਹੋਏ। ਧਨ ਹੈ ਐਸਾ ਨਾਮ ਜਿਸ ਨਾਮ ਨੂੰ ਨਾਮ ਆਪ ਤੇ ਪਵਿੱਤਰ ਆ। ਐਸਾ ਨਾਮ ਨਿਰੰਜਨ ਹੋਏ, ਉਹ ਆਪ ਤੇ ਪਵਿੱਤਰ ਆ। ਜਿਹੜਾ ਉਹਦੇ ਵਿੱਚ ਸੁਰਤ ਜੋੜ ਲੈਂਦਾ ਉਹ ਵੀ ਬਹੁਤ ਪਵਿੱਤਰ ਹੋ ਜਾਂਦਾ। ਪਰ ਪਵਿੱਤਰਤਾ ਕਹਿਣ ਵਾਲਾ ਬੰਦਾ ਕਦੀ ਵੀ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਅਵਸਥਾ ਦੱਸ ਨਹੀਂ ਸਕਦਾ। ਜੇ ਕੋ ਮਨ ਜਾਣੈ ਮਨ ਕੋਏ। ਕੌਣ ਜਾਣੇਗਾ? ਜੇ ਕੋਈ ਮਨ ਜਾਣੈ ਮਨ ਕੋਏ। ਇਹਨੂੰ ਜਪਜੀ ਸਾਹਿਬ ਜੀ ਨੂੰ ਅਸੀਂ ਪੰਕਤੀ ਇੱਦਾਂ ਪੜ੍ਹ ਦਿੰਦੇ ਆ ਬਹੁਤੇ, ਜੇ ਕੋ ਮਨ ਜਾਣੈ ਮਨ ਕੋਏ। ਇਹਦਾ ਅਰਥ ਨਹੀਂ ਬਣਦਾ ਕੋਈ ਵੀ, ਮਨ ਜਾਣੈ ਮਨ ਕੋਏ ਨਹੀਂ। ਪਹਿਲੇ ਮਨ ਜਿਹੜਾ ਹੈ ਉਸ ਮੰਮੇ ਦੇ ਉੱਪਰ ਟਿੱਪੀ ਆ, ਮੰਮੇ ਅੱਖਰ ਦੇ ਉੱਪਰ ਟਿੱਪੀ ਆ। ਉਹ ਹੈ ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਆਪਣੇ ਮਨ ਵਿੱਚ ਨਾਮ ਜਪਣ ਨੂੰ ਮੰਨ ਲਵੇ, ਜਿਹਦੀ ਸੁਰਤ ਨਾਮ ਜਪਣ ਦੇ ਵਿੱਚ ਪੱਕ ਜਾਵੇ, ਮਾਰੇ ਕਹਿੰਦੇ ਉਹਦੀ ਅਵਸਥਾ ਨਹੀਂ ਜੇ ਬੋਲ ਕੇ ਦੱਸੀ ਜਾ ਸਕਦੀ ਵੀ ਉਹ ਗੁਰਮੁਖ ਕਿੱਡਾ ਕੁ ਵੱਡਾ। ਮਨ ਮੰਨਦਾ ਹੀ ਨਹੀਂ। ਮਨ ਉਹਨਾਂ ਕੁ ਮੰਨਦਾ ਜਿਹਦੇ ਨਾਲ ਦੁਨੀਆਦਾਰੀ ਰਹਿ ਜੇ। ਜਿੱਥੇ ਦੁਨੀਆਦਾਰੀ ਦਾ ਨੁਕਸਾਨ ਨਹੀਂ ਹੁੰਦਾ ਉਹਨਾਂ ਚਿਰ ਗੁਰੂ ਨਾਲ ਸਾਂਝ ਵਾ, ਉਹਨੇ ਇੱਕ ਗੁਰੂ ਕੇ ਬਚਨ ਮੰਨਦੇ ਆ। ਜਿੱਥੇ ਦੁਨੀਆਦਾਰੀ ਹੱਥੋਂ ਜਾਂਦੀ ਦੇਖਦੀ ਆ ਉੱਥੋਂ ਗੁਰੂ ਵੱਲੋਂ ਯੂ ਟਰਨ ਹੋ ਜਾਈਦਾ। ਮਾਰੇ ਕਹਿੰਦੇ ਨੇ ਜਿਹੜੇ ਬਿਲਕੁਲ ਦੁਨੀਆ ਦੀ ਪਰਵਾਹ ਨਹੀਂ ਕਰਦੇ, ਹੈਗੇ ਨੇ ਐਸੇ ਬਹੁਤ ਜ਼ਿਆਦਾ ਗੁਰਮੁਖ, ਪੂਰੇ ਦਾ ਪੂਰਾ ਬਚਨ ਜਿਨ੍ਹਾਂ ਨੇ ਆਪਣੇ ਉੱਤੇ ਲਾਗੂ ਕਰ ਲਿਆ ਹੈ, ਉਹ ਸਭ ਤੋਂ ਉੱਤਮ ਨੇ। ਉਹਨਾਂ ਬਾਰੇ ਬੋਲ ਕੇ ਨਹੀਂ ਦੱਸਿਆ ਜਾਂਦਾ। ਮੰਨੈ ਸੁਰਤ ਹੋਵੇ ਮਨ ਬੁੱਧ। ਐਸਾ ਫਿਰ ਬਚਨ ਮੰਨਣ ਵਾਲੇ ਦੀ ਸੁਰਤ ਉੱਤਮ ਹੋ ਜਾਂਦੀ ਆ, ਉਹਦੀ ਬੁੱਧ ਮਤ ਦੇ ਵਿੱਚ ਚਾਨਣ ਪ੍ਰਕਾਸ਼ ਹੋ ਜਾਂਦਾ ਹੈ ਜੀ। ਮੰਨੈ ਸਗਲ ਭਵਨ ਕੀ ਸੁਧ। ਜਿਹਦੇ ਅੰਦਰ ਫਿਰ ਚਾਨਣ ਪ੍ਰਕਾਸ਼ ਹੋ ਗਿਆ, ਨਾਮ ਨੂੰ ਮੰਨਣ ਵਾਲਾ ਜਿਹੜਾ ਸਗਲਾਂ ਭਵਨਾਂ ਦੀ ਸੋਝੀ ਆ ਜਾਂਦੀ ਆ। ਸਭ ਭਵਨਾਂ ਦੀ ਸੋਝੀ ਕੀ ਆ ਜਾਂਦੀ ਆ? ਸੋਝੀ ਅਸੀਂ ਮਾਇਆਧਾਰੀ। ਮਾਇਆਧਾਰੀ ਦਾ ਅਰਥ ਅਮੀਰ ਨਹੀਂ ਹੁੰਦਾ ਕਦੀ ਵੀ। ਮਾਇਆਧਾਰੀ ਦਾ ਅਰਥ ਅਮੀਰ ਨਹੀਂ ਬਣੇਗਾ। ਮਾਇਆਧਾਰੀ ਦਾ ਅਰਥ ਹੁੰਦਾ ਜਿਹਦੇ ਸਿਰ ਨੂੰ ਮਾਇਆ ਚੜੀ ਹੋਈ ਆ, ਜਿਹੜਾ ਮਾਇਆ ਦੇ ਪਿੱਛੇ ਪਿੱਛੇ ਦੌੜਾ ਫਿਰਦਾ। ਉਹ ਇੱਕ ਰਿਕਸ਼ੇ ਵਾਲਾ ਵੀ ਹੋ ਸਕਦਾ ਤੇ ਉਹ ਇੱਕ ਮਰਸਰੀ ਵਾਲਾ ਵੀ ਹੋ ਸਕਦਾ, ਉਹ ਇੱਕ ਸਾਈਕਲ ਵਾਲਾ ਵੀ ਹੋ ਸਕਦਾ ਤੇ ਉਹ ਇੱਕ ਬੁਲਟ ਤੇ ਚੜਿਆ ਵੀ ਹੋ ਸਕਦਾ। ਮਾਇਆਧਾਰੀ ਦਾ ਅਰਥ ਕਦੀ ਵੀ ਅਮੀਰ ਬੰਦਾ ਨਹੀਂ ਹੁੰਦਾ। ਮਾਇਆਧਾਰੀ ਗਰੀਬ ਵੀ ਹੋ ਸਕਦਾ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਦਿਹਾੜੀਦਾਰ ਬੰਦਾ ਵੀ ਮਾਇਆਧਾਰੀ ਹੋ ਸਕਦਾ। ਉਹ ਸਵੇਰੇ ਦਿਹਾੜੀ ਗਿਆ ਸੀ, 400-500 ਰੁਪਈਆ ਲਿਆਂਦਾ, 150-200 ਦੀ ਸ਼ਰਾਬ ਪੀ ਕੇ ਸਾਰੀ ਪੱਤੀ ਨੂੰ ਗਾਲਾਂ ਕੱਢ ਸਕਦਾ, ਕਿਉਂਕਿ ਉਹਨੂੰ ਉਹ 150-200 ਹੀ ਚੜ ਗਿਆ ਉਹਦੇ ਸਿਰ ਨੂੰ। ਜਿਹਦੇ ਸਿਰ ਨੂੰ ਮਾਇਆ ਚੜ ਜੇ ਉਹ ਮਾਇਆਧਾਰੀ ਆ। ਅਸੀਂ ਮਾਇਆਧਾਰੀ ਜਿਹੜੇ ਲੋਕ ਨੇ, ਮਾਇਆ ਦੇ ਪਿੱਛੇ ਲੱਗਣ ਵਾਲੇ ਜਿਹੜੇ ਲੋਕ ਆ, ਅਸੀਂ ਇਹ ਮੰਨਦੇ ਆ ਵੀ ਅਸੀਂ ਪਰਿਵਾਰ ਪਾਲਦੇ ਆ, ਅਸੀਂ ਬੱਚਿਆਂ ਦੀ ਜ਼ਿੰਮੇਵਾਰੀ ਨਿਭਾ ਰਹੇ ਆ, ਬੜੀਆਂ ਅਸੀਂ ਟੈਨਸ਼ਨਾਂ ਸਿਰ ਦੇ ਉੱਤੇ ਚੁੱਕੀਆਂ ਹੋਈਆਂ। ਪਰ ਜਿਹਦਾ ਮਨ ਨਾਮ ਜਪਣ ਨੂੰ ਮੰਨ ਜਾਂਦਾ ਤੇ ਉਹ ਨਾਮ ਜਪੀ ਜਾਂਦਾ, ਉਹਨੂੰ ਅੰਦਰੋਂ ਇਹ ਗਿਆਨ ਪੈਦਾ ਹੁੰਦਾ ਕਿ ਮੰਨੈ ਸਗਲ ਭਵਨ ਕੀ ਸੁਧ। ਆਹ 2-3 ਨਿਆਣਿਆਂ ਨੂੰ ਤੇ ਮੈਂ ਰੋਟੀ ਖਵਾਲਣਾ ਤੇ ਆ ਸਾਰੇ ਜਹਾਨ ਨੂੰ ਕੌਣ ਖਵਾਲਦਾ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰ ਗਨਾਹੀ। ਭਗਤ ਧੰਨਾ ਜੀ ਕਹਿੰਦੇ ਆ ਤੇ ਬਾਕੀ ਆਰ ਪਾਰ ਸਾਰੇ ਬਣ ਜਾਂਦੇ ਨੇ। ਜਿਹੜਾ ਪੱਥਰ ਦੇ ਵਿੱਚ ਕੀੜਾ ਵਾ, ਜਿਹਨੂੰ ਰਾਹ ਵੀ ਕੋਈ ਨਹੀਂ, ਵੀ ਨਾ ਹਵਾ ਲੱਗਣ ਦੀ ਤੇ ਨਾ ਖੁਰਾਕ ਦੀ, ਉਹਨੂੰ ਰੋਟੀ ਪਾਣੀ ਕੌਣ ਖਵਾਲਦਾ ਹੈ।
ਇਹ ਨਾਮ ਜਪਣ ਵਾਲੇ ਬੰਦੇ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ। ਸੋਝੀ ਹੁੰਦਿਆਂ ਸਾਰ ਚਿੰਤਾ, ਟੈਨਸ਼ਨਾਂ, ਡਿਪਰੈਸ਼ਨ ਦੂਰ। ਕਿਉਂ? ਉਹ ਐਵੇਂ ਥੋੜਾ ਲਿਖ ਦਿੱਤਾ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਜੇ ਦੁਨੀਆ ਤੇ ਕੋਈ ਪ੍ਰਸੰਨ ਹੈ ਉਹ ਨਾਮ ਜਪਣ ਵਾਲਾ। ਜੇ ਕੋਈ ਪੂਰਨ ਤੌਰ ਤੇ ਖਿੜਾ ਵਿੱਚ ਰਹਿੰਦਾ, ਆਨੰਦ ਵਿੱਚ ਹੈ, ਉਹ ਨਾਮ ਜਪਣ ਵਾਲੇ ਸਾਧੂ ਲੋਕ ਨੇ। ਬਾਕੀ ਦੁਨੀਆ ਫਿਕਰਾਂ ਦੇ ਵਿੱਚ ਹੀ ਸਾਰੀ ਗਲਤੀ ਹੋਈ ਆ। ਸਾਹਿਬ ਅੱਗੇ ਦੱਸ ਰਹੇ ਹਨ, ਮੰਨੈ ਮੋਹ ਚੋਟਾ ਨਾ ਖਾਏ। ਨਾਮ ਜਪਣ ਨੂੰ ਜਿਹਦਾ ਮਨ ਮੰਨ ਗਿਆ ਹੈ, ਮਾਰੇ ਕਹਿੰਦੇ ਨੇ ਵਕਾਰਾਂ ਦੀਆਂ ਚਪੇੜਾਂ ਉਹਨਾਂ ਦੇ ਮੂੰਹ ਤੇ ਨਹੀਂ ਵੱਜਦੀਆਂ। ਬਿਲਕੁਲ ਕੋਈ ਭਾਵ ਕਿ ਦੁਨੀਆ ਦੇ ਵਿੱਚ ਗਲਤੀਆਂ, ਵਿਕਾਰ, ਬੁਰਾਈ, ਚਿੱਕੜ ਹੋਵੇਗਾ, ਪਰ ਨਾਮ ਨੂੰ ਮੰਨਣ ਵਾਲਾ ਜਿਹੜਾ ਬੰਦਾ, ਉਹਦਾ ਜੀਵਨ ਬਣ ਜਾਂਦਾ ਕਮਲ ਦੇ ਫੁੱਲ ਵਰਗਾ। ਥੱਲੇ ਚਿੱਕੜ ਹੋਵੇ, ਡੱਡੂ ਹੋਵੇ, ਮੱਖੀ ਮੱਛਰ ਜਾਲਾ ਜੋ ਮਰਜ਼ੀ ਹੋਵੇ, ਮਾਰੇ ਕਹਿੰਦੇ ਨੇ ਦਾਦਰ ਤੂੰ ਕਬਹਿ ਨਾ ਸਮਝਸ। ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਨੇ, ਓਏ ਡੱਡੂ ਤੂੰ ਕਦੀ ਨਹੀਂ ਸਮਝਿਆ। ਬੜੀਆਂ ਛਾਲਾਂ ਮਾਰ ਮਾਰ ਕੇ ਤੇ ਚਿੱਕੜ ਵਿੱਚੋਂ ਮੱਖੀਆਂ ਇਕੱਠੀਆਂ ਕਰ ਕਰ ਖਾਈ ਜਾਣਾ, ਜਾਲਾ ਖਾਈ ਜਾਣਾ, ਮੱਛਰ ਖਾਈ ਜਾਣਾ, ਤੇ ਕਹਿਣਾ ਇਦਾਂ ਹੀ ਬੜੀ ਮੌਜ ਆ। ਵੇਖ ਤੇਰੇ ਉੱਤੇ ਸੋਨੇ ਵਰਗਾ ਕਮਲ ਦਾ ਫੁੱਲ ਖਿੜਿਆ ਹੋਇਆ। ਜੋ ਕੁਝ ਮਰਜ਼ੀ ਥੱਲੇ ਹੋਵੇ, ਉਹ ਕਮਲ ਦੇ ਫੁੱਲ ਨੂੰ ਹੇਠਲੇ ਚਿੱਕੜ ਦਾ ਤੇ ਤੇਰੀਆਂ ਛਾਲਾਂ ਛੜੱਪਿਆਂ ਦਾ ਕੋਈ ਅਸਰ ਨਹੀਂ ਹੁੰਦਾ। ਮਾਰੇ ਕਹਿੰਦੇ ਨੇ ਜਿਹੜਾ ਨਾਮ ਨੂੰ ਮੰਨਣ ਵਾਲਾ ਬੰਦਾ ਵਾ ਨਾ, ਮੰਨੈ ਮੂੰਹ ਚੋਟਾ ਨਾ ਖਾਏ, ਉਹਦਾ ਜੀਵਨ ਕਮਲ ਦੇ ਫੁੱਲ ਵਰਗਾ ਬਣ ਜਾਂਦਾ। ਜਿੱਦਾਂ ਕਮਲ ਦਾ ਫੁੱਲ ਚਿੱਕੜ 'ਚ ਰਹਿ ਕੇ ਮੈਲਾ ਨਹੀਂ, ਗੁਰਮੁਖ ਸੰਸਾਰ ਵਿੱਚ ਰਹਿ ਕੇ ਸੰਸਾਰ ਦੀ ਜਿਹੜੀਆਂ ਗਲਤੀਆਂ ਗੁਨਾਹ ਨੇ ਉਹਦੇ ਉੱਤੇ ਅਸਰ ਨਹੀਂ ਪਾਉਂਦੀਆਂ। ਬਿਲਕੁਲ ਸੁਰਖਰੂ ਉਜਲ ਮੁਖ ਵਾਲਾ ਹੋ ਕੇ ਉਹ ਦੁਨੀਆ ਤੇ ਰਹਿੰਦਾ ਹੈ ਜੀ। ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਜਪਣ ਵਾਲਾ ਮਨੁੱਖ ਜਮਾਂ ਦੇ ਨਾਲ ਕਿਉਂ ਜਾਊਗਾ ਅੰਤ ਨੂੰ, ਜਦੋਂ ਉਹਦਾ ਸਮਾਂ ਆਏਗਾ। ਸਗੋਂ ਜਦੋਂ ਕਿਸੇ ਦਾ ਸਮਾਂ ਆਇਆ ਹੋਵੇ ਤੇ ਜੇ ਨਾਮ ਜਪਣ ਵਾਲਾ ਉਹਨਾਂ ਦੇ ਘਰ ਚਰਨ ਪਾ ਦਵੇ। ਮੈਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕਿਤਾਬ ਪੜ੍ਹੀ ਆ, ਅਣਡਿੱਠੀ ਦੁਨੀਆ। ਉਹਦੇ ਵਿੱਚ ਉਹਨਾਂ ਬੜੇ ਇਦਾਂ ਦੇ ਕਮਾਲ ਦੀਆਂ ਟੂਕ ਦਸੀਆਂ, ਜਿਹੜੀਆਂ ਉਹਨਾਂ ਦੇ ਨਾਲ ਹੋਈਆਂ ਬੀਤੀਆਂ। ਉਹ ਕਿਤੇ ਉਹਦੀਆਂ ਨਹੀਂ ਗੱਲਾਂ ਕੀਤੀਆਂ, ਜਿਹੜੀਆਂ ਉਹਨਾਂ ਨਾਲ ਹੋਈਆਂ। ਉਹਨਾਂ ਨੇ ਤੇ ਇੰਜ ਦੱਸਿਆ ਹੋਇਆ ਵੀ ਉਹਨਾਂ ਦੇ ਚਾਚੇ ਦੇ ਪੁੱਤ ਨੂੰ ਜੰਮ ਲੈਣ ਆ ਗਏ ਸੀ, ਬਹੁਤ ਮਾਰ ਪੈ ਰਹੀ ਸੀ, ਤੇ ਉਹ ਕਿਤੇ ਸਮਾਗਮ ਤੋਂ ਆਏ ਸੀ ਬਾਹਰੋਂ, ਜਦਾਂ ਡਾਕਟਰ ਸਾਹਿਬ ਦਾ ਜਥਾ ਉਹ ਆਏ, ਜੰਮ ਮਾਰਦੇ ਆ, ਮੰਜੀ ਤੇ ਪਿਆ ਤੜਫਦਾ, ਘਰਦਿਆਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ। ਡਾਕਟਰ ਟੀਕੇ ਦਵਾਈਆਂ ਲਾ ਰਹੇ ਆ, ਉਹਨਾਂ ਦਵਾਈਆਂ ਦਾ ਅਸਰ ਹੀ ਕੋਈ ਨਹੀਂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਚਰਨ, ਮੈਂ ਚਰਨ ਤਾਂ ਕਹਿੰਦਾ ਗੁਰਮੁਖਾਂ ਦੇ ਚਰਨ ਹੀ ਹੁੰਦੇ ਨੇ, ਉਹਨਾਂ ਦੇ ਚਰਨ ਜਦੋਂ ਉਹਨਾਂ ਦੇ ਘਰ ਪਏ ਤੇ ਕੀ ਹੋਇਆ? ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਨਾਮ ਜਪਣ ਵਾਲੇ ਦਾ ਦਰਸ਼ਨ ਹੋਇਆ ਤੇ ਜਮਾਂ ਜਿਹੜੇ ਬੰਦੇ ਸੀ ਉਹ ਦੌੜ ਗਏ ਉੱਥੋਂ। ਜਿਹਦਾ ਦਰਸ਼ਨ ਕੀਤੇ ਹੀ ਜਮ ਡਰਦੇ ਦੌੜ ਜਾਂਦੇ ਆ, ਉਹਨੂੰ ਲੈਣ ਜਮ ਕਿਉਂ ਆਉਣਗੇ? ਮਾਰੇ ਕਹਿੰਦੇ ਨੇ ਮੰਨੈ ਜਮ ਕੈ ਸਾਥ ਨਾ ਜਾਏ। ਨਾਮ ਦੀ ਧੁਨ ਨੂੰ ਸੁਣਨ ਵਾਲੇ ਜਿਹੜੇ ਲੋਕ ਨੇ, ਜਮ ਉਹਨਾਂ ਦੇ ਲਾਗੇ ਨਹੀਂ ਆ ਸਕਦੇ। ਐਸਾ ਨਾਮ ਮੰਨੈ ਪਦ ਸਿਉ ਪ੍ਰਗਟ ਜਾਏ। ਹਾਂ ਠੀਕ ਹੈ। ਐਸਾ ਨਾਮ ਨਿਰੰਜਨ ਹੋਏ। ਇਸ ਤਰ੍ਹਾਂ ਦਾ ਨਾਮ ਹੈ ਜਿਹੜਾ ਉੱਚਿਆਂ ਤੋਂ ਉੱਚਾ, ਜਿਹੜਾ ਉਹਦੇ ਵਿੱਚ ਸੁਰਤ ਜੋੜ ਲਵੇ ਉਹ ਵੀ ਉੱਚਾ ਹੋ ਜਾਂਦਾ ਹੈ ਜੀ। ਜੇ ਕੋ ਮਨ ਜਾਣੈ ਮਨ ਕੋਏ। ਪਰ ਇਹਨਾਂ ਗੱਲਾਂ ਦੀ ਸੋਝੀ ਉਹਨੂੰ ਆਉਂਦੀ ਆ ਜਿਹਦਾ ਨਾਮ ਮਨ ਜਪਣ ਨੂੰ ਮੰਨ ਜਾਵੇ। ਜਿਹਦਾ ਨਹੀਂ ਮੰਨਦਾ ਉਹ ਸੁਣ ਕੇ ਵੀ ਇਧਰੋਂ ਸੁਣੀ ਤੇ ਇਧਰੋਂ ਕੱਢ ਦਿੰਦਾ। ਜਿਹੜਾ ਸੁਣ ਕੇ, ਅੱਜ ਸੁਣੇ ਦੀ ਗੱਲ ਆ, ਜਿਹੜਾ ਸੁਣ ਕੇ ਇਸ ਗੱਲ ਨੂੰ ਆਪਣੇ ਹਿਰਦੇ ਤੱਕ ਲੈ ਜਾਏਗਾ, ਮਾਰੇ ਕਹਿੰਦੇ ਨੇ ਜੇ ਨਾਮ ਉੱਚਾ ਵਾ ਤੇ ਨਾਮ ਨਾਲ ਜੁੜਿਆ ਹੋਇਆ ਵੀ ਉੱਚਿਆਂ ਤੋਂ ਉੱਚਾ ਹੋ ਜਾਏਗਾ ਜੀ। ਮੰਨੈ ਮਾਰਗ ਠਾਕ ਨਾ ਪਾਏ। ਨਾਮ ਜਪਣ ਵਾਲਾ ਮਨੁੱਖ ਜਿਹੜਾ ਨਾ, ਉਹ ਧਰਮ ਕਮਾ ਰਿਹਾ। ਜਿਹੜੀ ਲਕੀਰ ਗੁਰੂ ਨਾਨਕ ਸਾਹਿਬ ਨੇ ਖਿੱਚ ਦਿੱਤੀ। ਅਸਾਂ ਪੰਥ ਕਿਹਨੂੰ ਕਹਿੰਦੇ ਆ? ਪੰਥ ਸੰਸਕ੍ਰਿਤ ਦਾ ਅਰਥ ਆ, ਪੰਥ ਦਾ ਮਤਲਬ ਆ ਰਸਤਾ, ਮਾਰਗ। ਮਾਰੇ ਕਹਿੰਦੇ ਨੇ ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਨੇ ਬਣਾਇਆ, ਜਿਹੜੇ ਉਸ ਮਾਰਗ ਤੇ ਚੱਲਣਗੇ ਉਹਨੂੰ ਕਿਹਾ ਜਾਂਦਾ ਇਹ ਨਾਨਕ ਪੰਥੀ। ਨਾਨਕ ਦੇ ਬਣਾਏ ਹੋਏ ਰਾਹ ਤੇ ਚੱਲਣ ਵਾਲੇ ਸਿੱਖ, ਇਹ ਨਾਨਕ ਪੰਥੀ, ਇਹ ਨਾਨਕ ਦਾ ਪੰਥ ਬੈਠਾ ਹੋਇਆ। ਕਬੀਰ ਸਾਹਿਬ ਜੀ ਦੇ ਸੇਵਕਾਂ ਨੇ ਫਜੂਪੁਰ ਸਮਾਗਮ ਕਰਾਇਆ ਸੀ ਤੇ ਉੱਥੇ ਉਹਨਾਂ ਨੇ ਮੈਨੂੰ ਬੁਲਾ ਕੇ ਆਖਿਆ ਜੀ ਤੁਸੀਂ ਕਥਾ ਕਰੋ। ਤੇ ਉਹ ਮੇਰੇ ਤੋਂ ਪਹਿਲੋਂ ਇੱਕ ਗੁਰਮੁਖ ਪਿਆਰੇ ਲੱਗੇ ਹੋਏ ਸੀ, ਉਹ ਕਹਿ ਰਹੇ ਸੀ ਵੀ ਲੋਕਾਂ ਨੂੰ ਕਬੀਰ ਸਾਹਿਬ ਦੇ ਸਿਧਾਂਤ ਦਾ ਨਹੀਂ ਪਤਾ। ਇੱਥੇ ਆ
ਹਾਲੀਵੁੱਡ ਪੈਲਸ ਵਿੱਚ ਇੱਕ ਵਾਰੀ ਸੈਮੀਨਾਰ ਹੋਇਆ, ਇੱਥੇ ਵੀ ਮੈਨੂੰ ਬੁਲਾ ਕੇ ਸੈਮੀਨਾਰ ਵਿੱਚ, ਤੇ ਉਹਨਾਂ ਨੇ ਮੇਰੇ ਵੱਲ ਵੇਖ ਕੇ ਜਿਵੇਂ ਕੋਈ ਬੰਦਾ ਜੈਲਸੀ ਕਰਦਾ, ਉਹ ਕਾਂਸ਼ੀ ਤੋਂ ਕੋ ਆਏ ਸੀ ਬੁਲਾਰੇ ਉਹਨਾਂ ਦੇ, ਉਹ ਮੈਨੂੰ ਲਾ ਕੇ ਗੱਲਾਂ ਕਰਨ ਲੱਗ ਪਏ। ਬੜੇ ਪੇਚਾਂ ਵਾਲੀਆਂ ਲੋਕੀ ਪੱਗਾਂ ਬੰਨ੍ਹ ਕੇ ਆ ਜਾਂਦੇ ਆ, ਸਿਧਾਂਤ ਦਾ ਪਤਾ ਕੋਈ ਨਹੀਂ, ਆਉਂ ਕਰਦੇ ਜਿਉਂ। ਮੈਂ ਕਿਹਾ ਕੰਮ ਤੇ ਕੋਈ ਹੋਰ ਚੱਲਦਾ ਸੀ ਤੇ ਇਹ ਤੇ ਸਿੱਧਾ ਹੀ ਹੋ ਗਿਆ ਦੂਜੇ ਪਾਸੇ। ਮੈਂ ਕਿਹਾ ਚਲੋ ਕੋਈ ਗੱਲ ਕਰਨ ਦਿਓ, ਇਹਨਾਂ ਦਾ ਕੰਮ ਇਹਨਾਂ ਨੂੰ। ਪਰ ਉਹ ਬਾਰ-ਬਾਰ ਆਖੇ ਵੀ ਲੋਕਾਂ ਨੂੰ ਕੀ ਪਤਾ ਵੀ ਕਬੀਰ ਸਾਹਿਬ ਦਾ ਸਿਧਾਂਤ ਕੀ ਹੈ ਜਾਂ ਕੀ ਨਹੀਂ। ਮੈਂ ਕਿਹਾ ਠੀਕ ਆ, ਫਿਰ ਸਿਧਾਂਤ ਹੀ ਦੱਸਾਂਗੇ। ਫਿਰ ਜਦੋਂ ਉਸ ਤੋਂ ਬਾਅਦ ਫਿਰ ਤੀਜੇ ਨੰਬਰ ਤੇ ਮੇਰਾ ਸਮਾਂ ਸੀ, ਪਰ ਮੈਂ ਸਟੇਜ ਸੈਕਟਰੀ ਨੂੰ ਆਖਿਆ ਗੱਲ ਗਵਾਚ ਜਾਣੀ ਆ, ਇਹਨਾਂ ਤੋਂ ਬਾਅਦ ਵਿੱਚ ਹੀ ਮੈਨੂੰ ਟਾਈਮ ਦਿਓ। ਉਹਨਾਂ ਦੇ ਬਾਅਦ ਵਿੱਚ ਹੀ ਮੈਨੂੰ ਟਾਈਮ ਦਿੱਤਾ ਗਿਆ। ਉਹ ਬੈਠੇ ਸੀ ਉੱਥੇ, ਬੈਠਾ ਮੈਂ ਕਿਹਾ ਇਹ ਸ਼੍ਰੀਮਾਨ ਜੀ ਜਿਹੜੇ ਵਿਚਾਰ ਕਰ ਰਹੇ ਸੀ, ਇਹ ਕਹਿੰਦੇ ਸੀ ਲੋਕਾਂ ਨੂੰ ਕਬੀਰ ਸਾਹਿਬ ਜੀ ਦੇ ਸਿਧਾਂਤ ਦਾ ਨਹੀਂ ਪਤਾ। ਆਓ ਹੁਣ ਤੁਹਾਨੂੰ ਕਬੀਰ ਸਾਹਿਬ ਜੀ ਦਾ ਸਿਧਾਂਤ ਹੀ ਦੱਸੀਏ ਵੀ ਉਹਦਾ ਸਿਧਾਂਤ ਕੀ ਆ। ਸਭ ਤੋਂ ਪਹਿਲਾਂ ਤੇ ਇਹ ਦੱਸੋ, ਜਿਹੜਾ ਬਾਪੂ ਸਾਰੀ ਜ਼ਿੰਦਗੀ ਲੜਦਾ ਰਿਹਾ ਕਾਂਸ਼ੀ ਵਿੱਚ ਵੱਡੇ ਲੋਕਾਂ ਦੇ ਨਾਲ ਵੀ ਪੱਥਰ ਰੱਬ ਨਹੀਂ ਹੋ ਸਕਦਾ, ਪੱਥਰ ਰੱਬ ਨਹੀਂ ਹੋ ਸਕਦਾ, ਤੁਸੀਂ ਉਹਦੀ ਇੱਥੇ ਮੂਰਤੀ ਬਣਾ ਕੇ ਤੇ ਉਹਦੇ ਅੱਗੇ ਦੀਵਾ ਜਗਾਇਆ ਤੇ ਉਹਨੂੰ ਮੱਥੇ ਟੇਕਦੇ ਫਿਰਦੇ ਜੇ। ਆਪ ਤੁਸੀਂ ਕਹਿੰਦੇ ਹੋ ਵੀ ਸਿਧਾਂਤ ਦਾ ਨਹੀਂ ਪਤਾ, ਤੇ ਆਪ ਤੁਸੀਂ ਉਹਦੇ ਕੰਮ ਦੱਸਿਆਂ ਦੇ ਉਲਟ ਚੱਲ ਕੇ ਤੇ ਆਪਣੇ ਆਪ ਨੂੰ ਉਹਦੇ ਪੈਰੋਕਾਰ ਕਹਿ ਰਹੇ। ਤੁਸੀਂ ਕਬੀਰ ਪੰਥੀਏ ਨਹੀਂ ਹੈਗੇ। ਮੈਂ ਕਿਹਾ ਮੈਂ ਨਾਨਕ ਪੰਥੀ ਆ, ਮੇਰੇ ਬਾਪੂ ਨੇ ਆਖਿਆ ਵਾ ਭਈ ਬਿਲਕੁਲ ਨਹੀਂ, ਜੋ ਪਾਹਨ ਕੋ ਕਹਤੇ ਦੇਵ ਤਿਨ ਕੀ ਨੇਫਲ ਹੋਵੇ ਸੇਵ। ਮੇਰੇ ਬਾਪੂ ਨੇ ਕਿਹਾ ਅਸੀਂ ਪੱਥਰ ਨੂੰ ਰੱਬ ਨਹੀਂ ਮੰਨਦੇ, ਅਸੀਂ ਸ਼ਬਦ ਦੇ ਪੁਜਾਰੀ, ਗੁਰਮੁਖ ਗੁਰਸਿੱਖ ਆਸ਼ਿਕ ਸ਼ਬਦ ਦੇ, ਜੋ ਲਿਖਿਆ ਹੋਇਆ ਅਸੀਂ ਸ਼ਬਦ ਦੇ ਆਸ਼ਿਕ ਆ। ਤੁਸੀਂ ਆਪਣੇ ਆਪ ਨੂੰ ਕਬੀਰ ਪੰਥੀ ਕਹਿੰਦੇ ਹੋ, ਘਵਾਈ ਜਾਓ, ਪਰ ਤੁਸੀਂ ਕਬੀਰ ਪੰਥੀ ਬਿਲਕੁਲ ਨਹੀਂ। ਪੰਥ ਦਾ ਮਤਲਬ ਰਾਹ, ਜੋ ਕਬੀਰ ਸਾਹਿਬ ਮਹਾਰਾਜ ਸਾਰੀ ਜ਼ਿੰਦਗੀ ਕਰਦੇ ਰਹੇ, ਤੁਸੀਂ ਉਹਦੇ ਵਿੱਚੋਂ ਇੱਕ ਵੀ ਗੱਲ ਨਹੀਂ ਮੰਨੀ। ਉਹ ਨਾਮ ਜਪਦੇ ਸੀ, ਸ਼ਬਦ ਦੇ ਪੁਜਾਰੀ ਸੀ। ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਮਾਰਗ, ਜਿਹੜਾ ਰਸਤਾ ਗੁਰੂ ਨਾਨਕ ਸਾਹਿਬ ਨੇ ਬਣਾਇਆ, ਜੇ ਕਿਸੇ ਦਾ ਮਨ ਨਾਮ ਜਪਣ ਨੂੰ ਮੰਨ ਜਾਵੇ, ਕੋਈ ਵਕਾਰ, ਕੋਈ ਗਲਤੀ, ਕੋਈ ਗੁਨਾਹ ਉਹਦੇ ਰਸਤੇ ਵਿੱਚ ਰੁਕਾਵਟ ਨਹੀਂ ਖੜੀ ਕਰ ਸਕਦਾ। ਸਗੋਂ ਜਿੰਨੀਆਂ ਰੁਕਾਵਟਾਂ ਨੇ ਨਾ, ਉਹ ਚੁੱਕੀਆਂ ਜਾਣਗੀਆਂ ਜਿਹੜਾ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਅੱਗੇ ਦੱਸ ਰਹੇ ਹਨ, ਮੰਨੈ ਪਤ ਸਿਉ ਪ੍ਰਗਟ ਜਾਏ। ਨਾਮ ਜਪਣ ਵਾਲਾ, ਇਕਾਗਰਤਾ ਨਾਲ ਕਮਾਈ ਕਰਨ ਵਾਲਾ ਜਿਹੜਾ, ਉਹ ਇੱਜ਼ਤ ਨਾਲ ਸੰਸਾਰ ਤੇ ਜੀਵੇਗਾ, ਔਰ ਉਹਦੀ ਇੱਜ਼ਤ ਥੋੜੇ ਜਿਹੇ ਥਾਂ ਵਿੱਚ ਨਹੀਂ ਹੋਏਗੀ। ਮੰਨੈ ਪਤ ਸਿਉ ਪ੍ਰਗਟ ਜਾਏ, ਦੁਨੀਆ ਤੋਂ ਤੇ ਇੱਜ਼ਤ ਨਾ ਜਾਏਗਾ, ਤੇ ਦੁਨੀਆ ਤੇ ਉਹਦੀ ਮਸ਼ਹੂਰੀ ਹੋ ਜੂਗੀ ਵੀ ਫਲਾਣੇ ਇਲਾਕੇ ਦੇ ਵਿੱਚ ਕੋਈ ਗੁਰਮੁਖ ਪੈਦਾ ਹੋਇਆ ਜਿਨੇ ਜਿੱਦਾਂ ਨਾਮ ਜਪਣਾ ਚਾਹੀਦਾ ਸੀ ਉਦਾਂ ਹੀ ਜਪਿਆ, ਜਿਨੇ ਜਿੱਦਾਂ ਜਪਣਾ ਚਾਹੀਦਾ ਸੀ ਉਦਾਂ ਜਪਿਆ। ਸੰਸਾਰ ਹੱਥ ਜੋੜ ਕੇ ਪੂਜੇਗਾ। ਜਦੋਂ ਇਹ ਗੱਲਾਂ ਉੱਥੇ ਮੈਂ ਹਾਲੀਵੁੱਡ ਪੈਲਸ ਵਿੱਚ ਸੈਮੀਨਾਰ ਵਿੱਚ ਬੋਲੀਆਂ ਖਲੋ ਕੇ, ਜਦੋਂ ਮੈਨੂੰ ਲੈਣ ਜਾਣਾ ਸੀ, ਉਦੋਂ 10 ਬੰਦੇ 2 ਗੱਡੀਆਂ ਲੈ ਕੇ ਮੈਨੂੰ ਘਰ ਆਖਣ ਗਏ ਸੀ ਪ੍ਰੋਗਰਾਮ ਵੱਲੋਂ ਕਿ ਤੁਸੀਂ ਆਉਣਾ। ਤੇ ਜਿੱਦਣ ਫਿਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਸਾਰਿਆਂ ਨੂੰ ਬਿਠਾ ਕੇ ਮੈਂ ਕਿਹਾ ਬਾਹਰ ਨਾ ਜਾਇਓ ਕੋਈ ਵੀ। ਸਾਰਿਆਂ ਨੂੰ ਜਦੋਂ ਸਿਧਾਂਤ ਦੱਸ ਦਿੱਤਾ ਤੇ ਤੁਰ ਲੱਗਿਆ, ਮੈਨੂੰ ਕਿਸੇ ਨੇ ਕਵਾਇਆ ਵੀ ਨਹੀਂ। ਮੈਂ ਕਿਹਾ ਉਹ ਨਹੀਂ ਕੋਈ ਗੱਲ, ਕਵਾਓ ਭਾਵੇਂ ਨਾ ਕਵਾਓ ਮੈਨੂੰ, ਪਰ ਜੋ ਸਿਧਾਂਤ ਸੀ ਉਹ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਤੁਹਾਡੇ ਸਾਹਮਣੇ ਅੱਗੇ ਰੱਖ ਦਿੱਤਾ ਹੈ ਕਿ ਮਹਾਰਾਜ ਕੀ ਕਹਿੰਦੇ ਸੀ। ਧੰਨ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਇਹਨਾਂ ਗੱਲਾਂ ਨੂੰ ਮੰਨ ਜਾਏਗਾ, ਇੱਥੇ ਵੀ ਇੱਜ਼ਤ ਉੱਥੇ ਵੀ ਇੱਜ਼ਤ। ਕਿੱਦਾਂ? ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ, ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਜਿਨ੍ਹਾਂ ਸਾਧ ਸੰਗਤ ਵਿੱਚੋਂ ਸੁਣਨਾ ਸਿੱਖ ਲਿਆ ਤੇ ਜਪਣਾ ਸਿੱਖ ਲਿਆ, ਮਾਰੇ ਕਹਿੰਦੇ ਉਹਨਾਂ ਦਾ ਇੱਥੇ ਵੀ ਮੁਖ ਉਜਲ, ਉਹਨਾਂ ਦਾ ਦਰਗਾਹ ਵਿੱਚ ਵੀ ਮੁਖ ਉਜਲ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਦ ਸੋਂ ਪ੍ਰਗਟ ਜਾਏ। ਇੱਜ਼ਤ ਦੇ ਨਾਲ ਵਾਹਿਗੁਰੂ ਜੀ ਦੇ ਘਰ ਵਿੱਚ ਪਹੁੰਚ ਜਾਣਗੇ। ਮੰਨੈ ਮਗ ਨ ਚੱਲੇ ਪੰਥ। ਬਥੇਰੇ ਮਾਰਗ ਨੇ ਦੁਨੀਆ, ਫਿਰ ਮਗ ਦਾ ਭਾਵ ਰਸਤਾ। ਇੱਕ ਤੇ ਰਸਤਾ ਗੁਰੂ ਨਾਨਕ ਸਾਹਿਬ ਨੇ ਬਣਾਇਆ, ਹੋਰ ਬਥੇਰੇ ਰਸਤੇ ਨੇ, ਪਰ ਗੁਰਮੁਖ ਕੀ ਕਰਦਾ? ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾ। ਗੁਰਸਿੱਖ ਦੀ ਇਹ ਪਰਿਭਾਸ਼ਾ ਵਾ ਵੀ ਆਪਣੇ ਘਰੋਂ ਤੁਰੇ, ਰਾਹ ਵਿੱਚ ਜਿੰਨੇ ਮਰਜ਼ੀ ਆਉਣ, ਉਹ ਕਹਿੰਦਾ ਦੁਨੀਆ ਵੱਲੋਂ ਮੈਂ ਅੰਨਾ ਹੋ ਗਿਆ, ਮੈਨੂੰ ਗੁਰੂ ਦੇ ਦਰਸ਼ਨ ਤੇ ਸੰਗਤ ਦੇ ਦਰਸ਼ਨ ਤੋਂ ਬਿਨਾ ਹੋਰ ਕੁਝ ਨਹੀਂ ਦਿਖਦਾ, ਬਿਲਕੁਲ ਨਹੀਂ। ਮੈਂ ਪਿੰਡੋਂ ਆਉਂਦਾ ਹੁੰਦਾ ਸਾਂ, ਪਹਿਲੋਂ ਅੰਮ੍ਰਿਤ ਵੇਲੇ ਡਿਊਟੀ ਤੇ ਪਿੰਡੋਂ ਹੀ ਆਉਂਦੇ ਸਾਂ, ਤੇ ਆਉਂਦੇ ਸਾਂ ਉਹ ਜਿਹੜਾ ਗੇਟ ਬਣਿਆ ਡਾਕਟਰ ਢਿੱਲੋਂ ਦੇ ਹਸਪਤਾਲ ਵਾਲੇ ਪਾਸੇ,
ਅੰਮ੍ਰਿਤ ਵੇਲੇ ਇੱਕ ਮਨੁੱਖ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਉਹ ਅਜੇ ਵੀ ਸੰਗਤ ਵਿੱਚ ਆਉਂਦੇ ਆ, ਹੁਣ ਨਹੀਂ ਮੈਂ ਕਦੀ ਵੇਖਿਆ, ਜਾਂ ਮੈਂ ਅੰਮ੍ਰਿਤ ਵੇਲੇ ਹੁਣ ਇੱਥੇ ਹੀ ਰਾਤ ਰਹਿਣਾ, ਮੈਂ ਅੰਮ੍ਰਿਤ ਵੇਲੇ ਪਿੰਡੋਂ ਨਹੀਂ ਆਉਂਦਾ, ਹੁਣ ਮੈਨੂੰ ਨਹੀਂ ਪਤਾ ਕਰਦੇ ਕਿ ਨਹੀਂ ਕਰਦੇ। ਉਹ ਜਿੰਨੀਆਂ ਜਗ੍ਹਾ ਆਉਣੀਆਂ ਨਾ ਰਾਹ ਵਿੱਚ, ਸਾਰਿਆਂ ਦੇ ਅੱਗੇ ਹੱਥ ਜੋੜ ਜੋੜ ਕੇ ਮੈਂ ਸਾਰਿਆਂ ਵੱਲ ਹੀ ਵੇਖਿਆ, ਕਿਉਂਕਿ ਕਦੀ ਮੈਂ 5 ਮਿੰਟ ਪਹਿਲੋਂ, ਕਦੀ ਮੈਂ 5 ਮਿੰਟ ਲੇਟ। ਜਿੱਦਣ ਮੈਂ ਲੇਟ ਹੁੰਦਾ ਸਾਂ ਉਹ ਅਗਲੀਆਂ ਜਗ੍ਹਾ ਤੇ ਹੱਥ ਜੋੜ ਕੇ ਖਲੋਤੇ ਸੀ, ਜਿੱਦਣ ਮੈਂ 5 ਮਿੰਟ ਪਹਿਲੋਂ ਆਉਂਦਾ ਸਾਂ ਉਹ ਉਰਲੇ ਪਾਸੇ ਜਿਹੜੀਆਂ ਜਗ੍ਹਾ ਇੱਥੇ ਵੀ ਹੱਥ ਜੋੜ ਕੇ ਖਲੋਤੇ ਹੁੰਦੇ ਸੀ। ਮੈਂ ਇੱਕ ਦਿਨ ਗਿਆ, ਡਾਕਟਰ ਢਿੱਲੋਂ ਦੇ ਹਸਪਤਾਲ ਦੇ ਅਗਲੇ ਪਾਸੇ ਇੱਕ ਚਰਚ ਆ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਜੋ ਉਹਨੇ ਕੀਤਾ, ਤੁਰਿਆ ਤੂੰ ਗੁਰਦੁਆਰੇ ਜਾਣਾ, ਚਰਚ ਵਾਲੇ ਪਾਸੇ ਐਉਂ ਹੱਥ ਜੋੜ ਐਉਂ ਕਰਕੇ ਖਲੋਤਾ ਸੀ। ਮੈਂ ਕਿਹਾ ਦੁਆ ਮੰਗਦਾ, ਚਲੋ ਕੋਈ ਗੱਲ ਨਹੀਂ। ਮੈਂ ਵੇਖ ਰਿਹਾ ਉਹਦੇ ਹੱਥ ਵਿੱਚ ਸੀ ਕੋਈ ਦਾਣੇ ਦੂਣੇ ਚੌਲ ਚਾਲ ਜੇ। ਜਦੋਂ ਮੈਂ ਲਾਗੋਂ ਦੀ ਲੰਘਿਆ, ਪਤਾ ਨਹੀਂ ਕਿੰਨਾ ਕਮਸ, ਉਹਨੇ ਆਪਣੇ ਸਿਰ ਦੇ ਉੱਤੋਂ ਦੀ ਵਾਰ ਕੇ ਐਉਂ ਮਾਰੇ, ਨਾਲ ਹੀ ਮੇਰਾ ਮੂੰਹ, ਮੇਰਾ ਦਾੜਾ ਸਾਰਾ ਭਰ ਦਿੱਤਾ ਉਹਨੇ। ਮੈਂ ਕਿਹਾ ਐਨਕ ਲੱਗੀ ਸੀ, ਨਹੀਂ ਤੇ ਇਹਨੇ ਚੌਲ ਮੇਰੀਆਂ ਅੱਖਾਂ ਥਾਣੀ ਨਗਾ ਕੇ ਛੱਡਣੇ ਸੀ, ਜਿੰਨੀ ਇਹਦੀ ਸ਼ਰਧਾ ਸੀ ਅੱਜ। ਉਹਦੇ ਤੋਂ ਬਾਅਦ ਵਿੱਚ ਫਿਰ ਅਗਲੇ ਪਾਸੇ ਜਾ ਕੇ ਤੇ ਉਹ ਸੇਵਕ ਜੀ ਦੇ ਘਰ ਦੇ ਲਾਗੇ, ਜਿਨ੍ਹਾਂ ਦੇ ਘਰ ਦੇ ਲਾਗੇ ਉਹਨਾਂ ਕਦੀ ਮੱਥਾ ਨਹੀਂ ਟੇਕਿਆ, ਉੱਥੇ ਵੀ ਖਲੋਤਾ ਹੋਇਆ। ਜਿੱਥੇ ਵੀ ਚੌਂਕਾ 'ਚ ਬਥੇਰੇ ਰਸਤੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜਾ ਮੇਰੀ ਗੱਲ ਨੂੰ ਮੰਨਣ ਵਾਲਾ ਨਾ, ਜਿਹੜਾ ਮੇਰੇ ਪੰਥ ਦਾ ਬੰਦਾ ਵਾ, ਮੰਨੈ ਮਗ ਨਾ ਚੱਲੈ ਪੰਥ। ਪੰਥ ਬਥੇਰੇ ਹੋਣਗੇ ਦੁਨੀਆ ਤੇ, ਪਰ ਜਿਹੜਾ ਨਾਨਕ ਦਾ ਬੰਦਾ ਵਾ ਨਾ, ਉਹ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ, ਸਾਧ ਸੰਗਤ ਵਿੱਚ ਆਉਣ ਤੋਂ ਬਿਨਾਂ ਹੋਰ ਕਿਸੇ ਪਾਸੇ ਪੈਰ ਨਹੀਂ ਪੁੱਟੂਗਾ। ਜਿਹੜਾ ਦੂਜੇ ਪਾਸੇ ਪੈਰ ਪੁੱਟੂਗਾ ਉਹਨੂੰ ਮਹਾਰਾਜ ਨੇ ਕਮਜਾਤ ਲਿਖਿਆ ਹੋਇਆ ਬਾਣੀ ਦੇ ਵਿੱਚ। ਕਮਜਾਤ, ਕਮਜਾਤ ਦਾ ਅਰਥ ਹੁੰਦਾ ਕਮ ਜਾਤ, ਨੀਵੀਂ ਜਾਤ ਵਾਲਾ ਬੰਦਾ, ਘਟੀਆ ਬੰਦਾ, ਉਹਨੂੰ ਘਟੀਆ ਬੰਦਾ ਬਾਣੀ ਵਿੱਚ ਲਿਖਿਆ ਹੋਇਆ ਵੀ ਗੁਰਦੁਆਰੇ ਵੀ ਮੱਥਾ ਟੇਕਣਾ ਤੇ ਧਾਗੇ ਤਵੀਤਾਂ ਵਾਲਿਆਂ ਵੱਲ ਵੀ ਜਾਣਾ, ਜੋਤਸ਼ੀਆਂ ਵੱਲ ਵੀ ਜਾਣਾ, ਹੋਰ ਵੀ ਗੁੱਜਰਾਂ ਗੱਜਰਾਂ ਨਾਲ ਸਾਂਝ ਰੱਖੀ ਹੋਈ। ਮਾਰੇ ਕਹਿੰਦੇ ਨੇ ਖਸਮ ਵਸਾਰੇ ਤੇ ਕਮਜਾਤ, ਨਾਨਕ ਨਾਮੈ ਬਾਝ ਸਨਾਤ। ਉਹ ਜਪਣਾ ਤੇ ਨਾਮ ਸੀ ਜਿਹਦੇ ਨਾਲ ਤੂੰ ਉੱਚਾ ਹੋਣਾ ਸੀ, ਨਾਮ ਜਪਦਾ ਨਹੀਂ, ਉੱਥੇ ਵੀ ਹੱਥ ਅੱਡੀ ਜਾਣਾ, ਉੱਥੇ ਵੀ ਹੱਟੀ ਜਾਣਾ। ਤੇਰੇ ਵਰਗਾ ਘਟੀਆ ਬੰਦਾ ਦੁਨੀਆ ਤੇ ਹੋਰ ਹੈ ਹੀ ਕੋਈ। ਤੇ ਜੇ ਨਹੀਂ ਅਸੀਂ ਜਾਂਦੇ ਤੇ ਗੁਰੂ ਅੱਗੇ ਤਰਲਾ ਵਾ ਵੀ ਮਹਾਰਾਜ ਤੁਹਾਡੀ ਕਿਰਪਾ ਕਰਕੇ ਨਹੀਂ ਜਾਂਦੇ, ਨਹੀਂ ਤੇ ਬੰਦਾ ਡੋਲਣ ਲੱਗਿਆ ਇੱਕ ਪਲ ਵਿੱਚ ਡੋਲ ਜਾਂਦਾ। ਮਹਾਰਾਜ ਇਦਾਂ ਹੀ ਕਿਰਪਾ ਕਰਿਓ, ਇਦਾਂ ਹੀ ਇਹ ਕਿਰਪਾ ਹੋਵੇ ਗੁਰੂ ਕੇ ਸਿੱਖਾਂ ਤੇ ਕਿ ਫਰੀਦਾ ਬਾਰ ਪਰਾਇਆ ਬੈਸਣ ਸਾਈਂ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ ਲੈ, ਜਦੋਂ ਤੇਰਾ ਘਰ ਛੱਡ ਕੇ ਹੋਰ ਕਿਸੇ ਪਾਸੇ ਪੈਰ ਪੁੱਟਣ ਲੱਗੀਏ, ਸਾਡੀ ਜਾਨ ਕੱਢ ਲਈ ਉਸੇ ਵੇਲੇ, ਦੂਜੇ ਪਾਸੇ ਪੈਰ ਨਾ ਪੁੱਟ ਸਕੀਏ ਅਸੀਂ। ਇਹ ਫਰੀਦ ਸਾਹਿਬ ਜੀ ਮਹਾਰਾਜ ਨੇ ਆਖਿਆ। ਮਹਾਰਾਜ ਕਹਿੰਦੇ ਨੇ ਜਿਹੜਾ ਅਸਲ ਮੰਨਣ ਵਾਲਾ ਨਾ, ਨਾਨਕ ਨੂੰ ਮੰਨਣ ਵਾਲਾ, ਮਰਜ਼ਾਦਾ ਨੂੰ ਮੰਨਣ ਵਾਲਾ, ਉਹ ਸੰਗਤ ਤੋਂ ਬਿਨਾ ਹੋਰ ਕਿਸੇ ਪਾਸੇ ਪੈਰ ਪੁੱਟ ਕੇ ਨਹੀਂ ਜਾਂਦਾ। ਮੰਨੈ ਧਰਮ ਸੇਤੀ ਸੰਬੰਧ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸਪੈਸ਼ਲੀ ਦਇਆ ਦੇ ਕਰਕੇ, ਖਾਸ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਣ ਕਰਕੇ, ਉਹਦਾ ਧਰਮ ਦੇ ਨਾਲ ਏਡਾ ਪੱਕਾ ਜੋੜ ਪਿਆ ਹੋਇਆ ਵੀ ਉਹ ਜੋੜ ਕਦੀ ਟੁੱਟਦਾ ਹੀ ਨਹੀਂ। ਮੰਨੈ ਧਰਮ ਸੇਤੀ ਸੰਬੰਧ, ਗੁਰੂ ਕਾ ਬਚਨ ਮੰਨਿਆ ਹੈ, ਗੁਰੂ ਕੀ ਰਹਿਤ ਮੰਨੀ ਹੈ। ਜੋ ਕਰੈਤਾਂ ਦਸੀਆਂ ਵੀ ਨਹੀਂ ਕਰਨੀਆਂ ਉਹਨੇ ਮੰਨੀਆਂ ਹੋਈਆਂ ਨੇ। ਅੰਮ੍ਰਿਤ ਵੇਲਾ ਸੰਭਾਲਿਆ ਹੋਇਆ, ਨਾਮ ਦੀ ਧੁਨ ਨੂੰ ਸੁਣਦਾ ਹੈ, ਹਰ ਬਚਨ ਆਪਣੇ ਉੱਤੇ ਲਾਗੂ ਕੀਤਾ ਹੋਇਆ। ਜਿਸ ਗੁਰੂ ਕੇ ਸਿੱਖ ਨੇ ਮੰਨੈ ਧਰਮ ਸੇਤੀ ਸੰਬੰਧ, ਅਸਲ ਧਰਮੀ ਉਹ ਆ, ਉਹਦਾ ਪੱਕਾ ਜੋੜ ਧਰਮ ਦੇ ਨਾਲ, ਗੁਰੂ ਨਾਨਕ ਸਾਹਿਬ ਨਾਲ ਉਹ ਜੁੜਿਆ ਹੋਇਆ ਹੈ ਜੀ। ਐਸਾ ਨਾਮ ਨਿਰੰਜਨ ਹੋਏ, ਐਸਾ ਹੈ ਪਰਮਾਤਮਾ ਦਾ ਨਾਮ ਜਿਹੜਾ ਜਿਹਦਾ ਆਪਣੇ ਮਨ ਵਿੱਚ ਵਸਾ ਲੈਂਦਾ, ਉਹ ਹੀ ਸਿਆਣਾ ਵਾ, ਉਹ ਹੀ ਗਿਆਨੀ ਆ, ਉਹ ਹੀ ਅਕਲ ਵਾਲਾ ਹੈ। ਪਰ ਇਹਨਾਂ ਗੱਲਾਂ ਦੀ ਸਮਝ ਕਿਹਨਾਂ ਨੂੰ ਲੱਗੇਗੀ? ਜੇ ਕੋ ਮਨ ਜਾਣੇ ਮਨ ਕੋਏ। ਮਾਰੇ ਕਹਿੰਦੇ ਜਿਹੜੀਆਂ ਮੈਂ ਗੱਲਾਂ ਦੱਸੀ ਜਾਣਾ ਤੁਹਾਨੂੰ, ਜਿਹੜਾ ਇਹਨਾਂ ਨੂੰ ਮੰਨ ਲਵੇਗਾ ਨਾ, ਉਹ ਹੀ ਮੇਰੇ ਨਾਲ ਸੰਬੰਧੀ ਬਣ ਸਕਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਕਿਸੇ ਨੂੰ ਚੋਟਾਂ ਨਾ ਖਾਣੀਆਂ ਪੈਣ, ਕਿਸੇ ਨੂੰ ਵਿਛੜਨਾ ਨਾ ਪਵੇ, ਕਿਉਂਕਿ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਬੜੀ ਔਖੀ ਘਾਟੀ ਆ। ਦਇਆ ਕਰਿਓ ਸੱਚੇ ਪਾਤਸ਼ਾਹ ਜੀ, ਮਹਾਰਾਜ ਅੱਗੇ ਦੱਸ ਰਹੇ ਹਨ। ਮੰਨੈ ਪਾਵਹਿ ਮੋਖ ਦੁਆਰ, ਇਹਨਾਂ ਬਚਨਾਂ ਨੂੰ ਜਿਹੜਾ ਮੰਨ ਲਏਗਾ, ਮਹਾਰਾਜ ਕਹਿੰਦੇ ਨੇ ਮੁਕਤੀ ਦੇ ਦੁਆਰੇ ਖੁੱਲ ਜਾਣਗੇ ਉਹਦੇ ਵਾਸਤੇ। ਕਿਹੜੇ ਮੁਕਤੀ ਦੇ ਦੁਆਰੇ? ਮਰਨ ਵਾਲੇ ਨਹੀਂ, ਮਰਨ ਤੋਂ ਬਾਅਦ ਮੁਕਤੀ ਉਹ ਤੇ ਮੰਗੀ ਨਹੀਂ ਕਿਸੇ ਸਿੱਖ ਨੇ ਵੀ। ਜਿਹੜਾ ਸਿਆਣਾ ਬੰਦਾ ਵਾ, ਉਹਨੇ ਨਾ ਸਵਰਗ ਮੰਗਿਆ ਵਾ ਨਾਮ ਜਪਣ ਕਰਕੇ, ਨਾ ਉਹਨੇ ਮੁਕਤੀ ਮੰਗੀ ਆ।
ਨਾ ਉਹਨੇ ਦੁਨੀਆ ਦਾ ਰਾਜ ਭਾਗ ਮੰਗਿਆ ਵਾ। ਇਹ ਜਦੋਂ ਸਿਆਣਾ ਹੋ ਜਾਊਗਾ ਨਾ ਸਿੱਖ, ਉਹ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਤੁੱਛ ਜਾਣੇਗਾ ਵੀ ਸਵਰਗ ਐਵੇਂ ਹੀ ਨੇ, ਮੁਕਤੀ ਐਵੇਂ। ਉਹ ਕਹਿੰਦੇ ਨੇ ਕਿ ਸੁਰਗ ਬਾਸ ਨਾ ਬਾਛੀਐ, ਡਰੀਏ ਨਾ ਨਰਕ ਨਿਵਾਸ। ਫਿਰ ਉਹ ਕਹਿੰਦੇ ਨੇ ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਰ ਦੋਊ ਰਾਧੇ, ਹਮ ਕਾਹੂ ਕੀ ਕਾਣ ਨਾ ਕੱਟਦੇ, ਆਪਣੇ ਗੁਰ ਪ੍ਰਸਾਦੇ। ਅਸੀਂ ਤੇ ਪਰਵਾਹ ਹੀ ਨਹੀਂ ਕਰਦੇ ਵੀ ਨਰਕ ਕੀ ਹੈ ਤੇ ਸਵਰਗ ਕੀ ਹੈ। ਪਰ ਮੈਂ ਤੇ ਬੋਲ ਕੇ ਸੁਣਾਉਣ ਵਾਲਾ ਜੇ, ਇਹ ਤੇ ਕਿਸੇ ਮੰਨਣ ਵਾਲੇ ਦੀ ਗੱਲ ਆ ਜਿਹੜਾ ਕੋਈ ਮੰਨਦਾ ਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੰਨੈ ਪਾਵੇ ਮੋਖ ਦੁਆਰ। ਜਿਹੜਾ ਗੁਰੂ ਕੇ ਬਚਨਾਂ ਨੂੰ ਮੰਨ ਲਏਗਾ ਨਾ, ਉਹਦੀ ਮੁਕਤੀ ਕੀ ਆ? ਝੂਠ ਤੋਂ ਮੁਕਤ ਹੋ ਜਾਏਗਾ, ਨਿੰਦਿਆ ਛੁੱਟ ਜਾਏਗੀ, ਨਿੰਦਿਆ ਤੋਂ ਮੁਕਤੀ ਮਿਲ ਗਈ। ਵਲ ਛਲ ਅੰਦਰੋਂ ਨਿਕਲ ਜਾਣਗੇ, ਵਲ ਛਲ ਚੋਂ ਮੁਕਤੀ ਮਿਲ ਗਈ। ਈਰਖਾ, ਉਹਦੇ ਤੋਂ ਮੁਕਤੀ ਮਿਲ ਗਈ। ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਅੱਗੇ ਕੰਧ ਕੱਢ ਕੇ ਖਲੋ, ਉਹ ਕੰਧ ਵਾ ਜਿਹੜੀ ਕਥਾ ਸ਼ੁਰੂ ਹੋਈ ਆ ਭਈ ਕਿਵ ਕੂੜਾ ਟੁੱਟੈ ਪਾਲ। ਉਹ ਜਿਹੜੀ ਝੂਠ ਦੀ ਕੰਧ ਵਾ ਨਾ, ਜਿਉਂ ਜਿਉਂ ਬਚਨ ਮੰਨਾਂਗੇ ਝੂਠ ਦੀ ਕੰਧ ਤੋਂ ਭੁਰਦੀ ਜਾਊਗੀ, ਭੁਰਦੀ ਜਾਊਗੀ, ਭੁਰਦੀ ਭੁਰਦੀ। ਜਦੋਂ ਉਹ ਉੱਪਰਲੇ ਸਿਰੇ ਦਾ ਬਚਨ ਮੰਨਣ ਵਾਲਾ ਹੋ ਜਾਂਦਾ, ਕੰਧ ਢੱਠ ਜਾਂਦੀ, ਅੱਗੋਂ ਦਰਸ਼ਨ ਹੋ ਕੇ ਮਿਲਾਪ ਹੋ ਜਾਂਦਾ। ਫਿਰ ਉਹ ਮਿਲਿਆ ਲਾਏ ਝਪੀੜਾ। ਝਪੀੜਾ ਦਾ ਭਾਵ ਹੁੰਦਾ ਕੁੱਟ ਕੇ ਜੱਫੀ ਪਾ ਕੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਜਿਹੜਾ ਕੰਧ ਦੇ ਅਗਲੇ ਪਾਸੇ ਬੈਠਾ ਨਾ, ਕੋ ਮੰਨਣ ਵਾਲਾ ਕੋ ਸੂਰਮਾ ਆਵੇ, ਮਾਰੇ ਕਹਿੰਦੇ ਫਿਰ ਮੈਂ ਘੁੱਟ ਕੇ ਜੱਫੀ ਪਾ ਕੇ ਮਿਲੂੰਗਾ। ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ, ਮੰਨੈ ਪਾਵੇ ਮੋਖ ਦੁਆਰ। ਵਕਾਰਾਂ ਤੋਂ ਗੁਨਾਹਾਂ ਤੋਂ ਬੰਦਾ ਮੁਕਤ ਹੋ ਜਾਂਦਾ ਹੈ ਜਿਹੜਾ ਗੁਰੂ ਕੇ ਬਚਨ ਮੰਨਦਾ ਹੈ ਜੀ। ਮੰਨੈ ਪਰਵਾਰੈ ਸਾਧਾਰ। ਕੱਲਾ ਹੀ ਨਹੀਂ ਉਹ ਤਰਦਾ, ਉਹਦੇ ਅੰਦਰ ਫਿਰ ਇਦਾਂ ਦੀਆਂ ਕਿਰਨਾਂ, ਇਦਾਂ ਦੀਆਂ ਤਰੰਗਾਂ ਉਹਦੇ ਵਿੱਚੋਂ ਨਿਕਲਣ ਲੱਗ ਪੈਂਦੀਆਂ ਨੇ। ਉਹਦਾ ਦਰਸ਼ਨ ਕਰਦਿਆਂ ਸਾਰੀ ਨਾਮ ਚੇਤੇ ਆਉਂਦਾ। ਉਹਦਾ ਘਰ ਵਾਲੇ ਵੀ ਅਦਬ ਕਰਦੇ ਆ ਤੇ ਬਾਹਰ ਵਾਲੇ ਵੀ ਅਦਬ ਕਰਦੇ ਆ। ਗਰੀਬ ਨਵਾਜ ਜੀ ਕਹਿੰਦੇ ਨੇ ਹੋਵੇ ਕੋਈ ਮੰਨਣ ਵਾਲਾ, ਕੱਲਾ ਨਹੀਂ ਤਰਦਾ, ਪਰਿਵਾਰ ਸਮੇਤ ਤਰਦਾ ਹੈ। ਔਰ ਸਾਰਿਆਂ ਨੂੰ ਉਹ ਆਸਰਾ ਦਿੰਦਾ ਨਾਮ ਦਾ, ਭਾਈ ਤੁਸੀਂ ਵੀ ਜਪੋ। ਜੇ ਮੇਰੇ ਸੁੱਖ ਵੱਲ ਵੇਖਦੇ ਜੇ ਤੇ ਮੈਨੂੰ ਸੁੱਖ ਮਿਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ, ਤੁਸੀਂ ਵੀ ਇਹਨਾਂ ਨੂੰ ਪੜ੍ਹ ਕੇ ਮੰਨੋ, ਸੁੱਖ ਤੁਹਾਨੂੰ ਵੀ ਮਿਲੇਗਾ। ਮੰਨੈ ਤਰੈ ਤਾਰੇ ਗੁਰ ਸਿੱਖ। ਮਹਾਰਾਜ ਕਹਿੰਦੇ ਨੇ ਤਰੈ, ਗੁਰੂ ਆਪ ਤਰਿਆ ਹੋਇਆ। ਜਿਹੜਾ ਗੁਰੂ ਕੇ ਬਚਨ ਮੰਨੇਗਾ ਉਹ ਸਿੱਖ ਵੀ ਤਰ ਜਾਏਗਾ। ਸਪਸ਼ਟ ਗੱਲ। ਮੰਨਣ ਵਾਲਾ ਜਿਹੜਾ, ਉਹਨੂੰ ਇੱਕ ਗੱਲ ਮੰਨ ਲੈਣੀ ਚਾਹੀਦੀ ਆ, ਤੇਰੇ ਗੁਰੂ ਵਿੱਚ ਕੋਈ ਊਣਤਾਈ ਨਹੀਂ ਹੈਗੀ। ਤੇਰੇ ਗੁਰੂ ਵਰਗਾ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ। ਇਹ ਆਪ ਮੁਕਤ ਆ। ਤੇ ਕੀ ਆਏ? ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਇੱਥੋਂ ਤੱਕ ਪਹੁੰਚ ਜਾਂਦਾ ਹੈ ਜੀ। ਮੰਨੈ ਨਾਨਕ ਭਵਹਿ ਨਾ ਭਿਖ। ਫਿਰ ਕੀ ਹੋਏਗਾ? ਜਿਹਨੂੰ ਗੁਰੂ ਤੇ ਭਰੋਸਾ ਵੱਜ ਗਿਆ ਨਾ, ਉਹ ਥਾਂ ਥਾਂ ਤੇ ਭੀਖ ਨਹੀਂ ਮੰਗਦਾ ਫਿਰੇਗਾ। ਭੀਖ ਮੰਗਣ ਦਾ ਭਾਵ ਕੰਮ ਨਹੀਂ ਹੁੰਦਾ। ਜਿਹੜੇ ਮੈਂ ਹੁਣੇ ਗੱਲ ਕੀਤੇ ਆ, ਉੱਥੇ ਹੱਥ ਜੋੜ ਕੇ ਖਲੋ ਗਿਆ, ਉੱਥੇ ਹੱਥ ਜੋੜ, ਇਹ ਭੀਖ ਮੰਗਣ ਵਾਲੀ ਗੱਲ ਆ। ਗੁਰੂ ਨਾਨਕ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਬਾਦਸ਼ਾਹ ਬਣਾਇਆ, ਤੇ ਬਾਦਸ਼ਾਹ ਮੰਗਤੇ ਨਹੀਂ ਹੁੰਦੇ, ਬਾਦਸ਼ਾਹ ਦਾਨੀ ਹੁੰਦੇ ਆ। ਗੁਰੂ ਨਾਨਕ ਦੇ ਸਿੱਖ, ਗੁਰੂ ਗੋਬਿੰਦ ਸਿੰਘ ਦੇ ਸਿੱਖ ਬਾਦਸ਼ਾਹ ਨੇ, ਰਾਜਿਆਂ ਦੇ ਰਾਜੇ ਨੇ। ਇਹਨਾਂ ਨੂੰ ਦੁਨੀਆ ਨੇ ਮੰਗਦਿਆਂ ਨਹੀਂ ਵੇਖਿਆ, ਇਹਨਾਂ ਨੂੰ ਦੁਨੀਆ ਨੇ ਵੰਡਦਿਆਂ ਹੋਇਆ ਵੇਖਿਆ। ਭਾਵੇਂ ਸੀਰੀਆ ਵੜਦੇ ਹੋਏ ਬੰਬ ਵਿੱਚ ਉੱਥੇ ਵੰਡਿਆ, ਯੂਕਰੇਨ ਵਿੱਚ ਜਾ ਕੇ ਵੰਡਿਆ, ਜਿੱਥੇ ਸਰਕਾਰਾਂ ਨਹੀਂ ਪਹੁੰਚ ਸਕੀਆਂ, ਉੱਥੇ ਕਲਗੀਧਰ ਪਾਤਸ਼ਾਹ ਜੀ ਦਾ ਖਾਲਸਾ ਪਹੁੰਚ ਗਿਆ ਹੈ। ਖਾਲਸਾ ਬਾਦਸ਼ਾਹਾਂ ਦਾ ਬਾਦਸ਼ਾਹ। ਕਿਉਂ? ਕਿਉਂਕਿ ਇਹ ਥਾਂ ਥਾਂ ਤੇ ਹੱਥ ਜੋੜ ਕੇ ਨਹੀਂ ਖਲੋਂਦਾ, ਇਹ ਇੱਕ ਕੋ ਮੰਗਦਾ ਵਾ। ਇੱਕ ਕੋ ਮੰਗਣ ਵਾਲਾ ਬੰਦਾ ਬਾਦਸ਼ਾਹ ਬਣਦਾ, ਤੇ ਫਿਰ ਬਾਦਸ਼ਾਹ ਵੰਡਦੇ ਹੀ ਵੇਖੇ ਗਏ ਆ, ਬਾਦਸ਼ਾਹ ਗਲੀਆਂ ਰਾਵਾਂ 'ਚ ਮੰਗਦੇ ਨਹੀਂ ਵੇਖੇ ਗਏ। ਧੰਨ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਰਾਜੇ ਬਾਦਸ਼ਾਹ ਬਣਾਇਆ ਹੈ। ਕਿਵੇਂ ਬਾਦਸ਼ਾਹ ਬਣਾਇਆ? ਪਿੱਛੇ ਜੇ ਇੱਕ ਲੜਕੀ ਦੀ ਸ਼ਾਦੀ ਕਰਨੀ ਸੀ, ਗਰੀਬ ਸੀ ਕੋਈ, ਇੱਥੇ ਉਹ ਬੀਬੀ ਨੇ ਆ ਕੇ ਆਖਿਆ, ਬੜਾ ਸਾਰੀ ਸੰਗਤ ਨੇ ਸਹਿਯੋਗ ਦਿੱਤਾ। ਇੱਕ ਗੁਰੂ ਕਾ ਸਿੱਖ 10 ਰੁਪਏ ਲਿਆਇਆ। 10 ਰੁਪਏ ਲਿਆ ਕੇ ਤੇ ਮੈਨੂੰ ਕਹਿੰਦਾ, ਗਿਆਨੀ ਜੀ ਸੇਵਾ ਬੁੱਕ ਕਰਨ ਨੂੰ ਮੇਰਾ ਮਨ ਸੀ, ਪਰ ਇੰਨੇ ਹੀ ਆ ਮੇਰੇ ਕੋਲ। ਉਹ 10 ਰੁਪਏ ਮੈਂ ਮੱਥੇ ਨਾਲ ਲਾਏ ਵੀ ਇਹ 10 ਨਹੀਂ ਗਏ, ਇਹ 10 ਨਹੀਂ, ਇਹ ਤੇ ਪਿਆਰ ਨਾਲ ਭਰੇ ਹੋਏ ਆ। ਜਦੋਂ ਤੂੰ ਘਰੋਂ ਆ ਗਿਆ ਵਾ ਤੇ ਇਹ 10 ਰੁਪਏ ਥੋੜੇ ਆ। ਇੱਕ ਮੈਂ ਹੋਰ ਤੁਹਾਨੂੰ ਦੱਸਣਾ, ਇੱਥੇ ਸਾਡੇ ਲਾਗੇ ਕੋਈ ਪਿਆਰ ਵਾਲੀ ਕੋਈ ਮੂਰਤੀ ਆ। ਜਦੋਂ ਮੈਂ ਇੰਨੇ ਕੁ ਇਲਾਕੇ 'ਚ ਕਥਾ ਕਰਨਾ, ਧਾਰੀਵਾਲ ਸ਼ਹਿਰ ਦੇ ਵਿੱਚ ਕੋਈ ਗੁਰਮੁਖ ਪਿਆਰਾ ਕਥਾ ਸੁਣਨ ਆਉਂਦਾ ਵਾ, ਮੈਂ ਕਰਨੀ ਨਹੀਂ ਸੀ, ਰਾਜਿਆਂ ਦੀ ਗੱਲ ਚੱਲ ਗਈ ਆ।
ਉਹ ਰਾਜਾ ਵਾ ਕੋਈ ਕਥਾ ਸੁਣਨ ਵਾਸਤੇ ਆਉਂਦਾ, ਤੇ ਉਹਨੇ ਹਰ ਕਥਾ ਦੇ ਵਿੱਚ ਗੁਰੂ ਕੀ ਕਥਾ ਨੂੰ ਮਾਇਆ ਭੇਟ ਕਰਨੀ ਆ, ਤੇ ਮੈਂ ਸਮਝਣਾ ਵਾਂ ਵੀ ਉਹਦੇ ਕੋਲ ਮਾਇਆ ਨਹੀਂ ਹੁੰਦੀ। ਉਹ 5 ਰੁਪਏ ਭੇਟ ਕਰਦਾ। ਜਦੋਂ ਮੈਂ ਘਰ ਜਾ ਕੇ ਮਾਇਆ ਗਿਣਨੀ ਇਹਦੇ ਵਿੱਚ ਲੁਕਾ ਤਾਂ ਸਾਰਿਆਂ ਨੂੰ ਪਤਾ ਵੀ ਹਰ ਕੋ ਗਿਣਦਾ। ਹਰ ਲਿਫਾਫੇ ਦੇ ਵਿੱਚ ਉਹ 5 ਰੁਪਈਆਂ ਦਾ ਜਾਂ ਉਹ 5 ਦਾ ਨੋਟ ਜਾਂ 5 ਦਾ ਸਿੱਕਾ, ਤੇ ਮੈਂ ਵੀ ਲੱਭਣਾ ਵਾਂ ਵੀ ਉਹ 5 ਦਾ ਸਿੱਕਾ ਬੜਾ ਵੱਡਾ ਆਸ਼ੀਰਵਾਦ ਵਾ। ਪਤਾ ਨਹੀਂ ਉਹਦੇ ਮਨ ਵਿੱਚੋਂ ਕੀ ਨਿਕਲਦੀ ਆ ਮੇਰੇ ਵਾਸਤੇ ਅਸੀਸ, ਤੇ ਉਹਨਾਂ ਦੀਆਂ ਅਸੀਸਾਂ ਦੇ ਨਾਲ ਹੀ ਮੈਂ ਤੁਰਿਆ ਫਿਰਦਾ। ਇਹ ਰਾਜੇ ਲੋਕ ਨੇ, ਬਾਦਸ਼ਾਹ ਲੋਕ ਨੇ, ਮੰਗਦਾ ਤੇ ਨਹੀਂ ਨਾ। ਉਹਦੇ 5 ਰੁਪਏ ਮੈਂ ਮੱਥੇ ਨੂੰ ਲਾਉਣਾ ਵੀ ਇਹ ਸਭ ਤੋਂ ਵੱਡੇ ਆ। ਸਤਿਗੁਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਨੂੰ ਮੰਨਣ ਵਾਲਾ, ਇੱਕ ਨੂੰ ਜਪਣ ਵਾਲਾ ਜਿਹੜਾ ਵਾ ਨਾ, ਉਹਦੇ ਬਾਰੇ ਮਹਾਰਾਜ ਕਹਿੰਦੇ ਨੇ ਕਿ ਉਹ ਰਾਜਿਆਂ ਦਾ ਰਾਜਾ ਹੈ। ਉਹ ਭਿੱਖਿਆ ਨਹੀਂ ਮੰਗਦਾ, ਸਗੋਂ ਦਾਨ ਦੇਣ ਵਾਲੇ ਪਾਸੇ ਤਰਦਾ। ਭਿੱਖਿਆ ਦਾ ਭਾਵ ਕਿ ਜਗ੍ਹਾ ਵਾਲੇ ਕੋ ਨਹੀਂ ਮੰਗਦਾ, ਜੋਤਸ਼ੀ ਕੋ ਨਹੀਂ ਮੰਗਦਾ, ਸਿਆਣਿਆਂ ਮਲਾਣਿਆਂ ਦੇ ਕੋਲ ਨਹੀਂ ਜਾਂਦਾ ਜਿਹੜਾ ਨਾਮ ਜਪਣ ਵਾਲਾ ਬੰਦਾ ਹੈ। ਐਸਾ ਨਾਮ ਨਿਰੰਜਨ ਹੋਏ। ਐਸਾ ਹੈ ਭਾਈ ਨਾਮ। ਇਹ ਬਰਕਤਾਂ ਨੇ ਨਾਮ ਦੀਆਂ। ਰੁਲਦਿਆਂ ਖੁੱਲਦਿਆਂ ਨੂੰ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾਇਆ ਸੀ, ਤੇ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਰਾਮਦਾਸ ਜੀ ਸਿੱਖਾਂ ਨੂੰ ਉਪਦੇਸ਼ ਦਿਓ, ਅੱਜ ਦੀਨ ਦੁਨੀਆ ਦੇ ਮਾਲਕ ਬਣ ਗਏ ਹੋ। ਤੇ ਉਹਨਾਂ ਨੇ ਆਪਣਾ ਬਚਪਨ, ਆਪਣਾ ਸਾਰੀ ਗਰੀਬੀ ਵੱਲ ਝਾਤੀ ਮਾਰ ਕੇ ਤੇ ਪਹਿਲਾ ਉਪਦੇਸ਼ ਮੂੰਹ ਵਿੱਚੋਂ ਨਿਕਲਿਆ, ਭਈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਵਾਹ ਸੱਚੇ ਪਾਤਸ਼ਾਹ, ਕੀੜਾ ਥਾਪ ਗਏ ਪਾਤਸ਼ਾਹੀ, ਤੂੰ ਕੀੜਿਆਂ ਨੂੰ ਪਾਤਸ਼ਾਹੀ ਦਿੱਤੀ ਹੈ। ਤੇ ਗੁਰੂ ਇਦਾਂ ਹੀ ਕਰਦਾ ਹੈ। ਗੁਰੂ ਕੀ ਕਰਦਾ ਹੈ? ਗੁਰੂ ਦੇ ਇਹ ਕੰਮ ਨੇ ਕਿ ਨਿਰਾਸੰ ਆਸ ਪੂਰਨ ਹੈ। ਜਿਨ੍ਹਾਂ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ, ਸੰਗਤ ਵਿੱਚ ਬਿਠਾ ਕੇ ਉਹਨਾਂ ਦੀਆਂ ਆਸਾਂ ਪੂਰੀਆਂ ਕਰ ਦਿੰਦਾ ਹੈ। ਰੋਗੀਆਂ ਰੋਗ ਖੰਡਣਾ, ਤਨ ਤੇ ਮਨ ਦੇ ਰੋਗਾਂ ਨੂੰ ਦੂਰ ਕਰਨ ਵਾਲਾ। ਬੇਅੰਤ ਮਹਾਰਾਜ ਦੀ ਇੱਕੋ ਪੰਕਤੀ ਸੁਣੋ, ਗਰੀਬ ਨਿਵਾਜ ਜੀ ਕਹਿੰਦੇ ਨੇ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ। ਤੇ ਇਹ ਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਆ। ਕੋਈ ਇਹਦੀ ਸੇਵਾ ਕਰਕੇ ਵੇਖੇ, ਇਹਦੀ ਸੇਵਾ ਵਿੱਚੋਂ ਕੀ ਨਹੀਂ ਮਿਲਦਾ। ਕਿਹੜੀ ਚੀਜ਼ ਆ ਭਲਾ ਜਿਹੜੀ ਇਹਦੀ ਸੇਵਾ ਦੇ ਵਿੱਚੋਂ ਨਹੀਂ ਮਿਲਦੀ? ਮਹਾਰਾਜ ਅੱਗੇ ਦੱਸ ਰਹੇ ਹਨ, ਜੇ ਕੋ ਮਨ ਜਾਣੈ ਮਨ ਕੋਏ। ਪਰ ਮਹਾਰਾਜ ਕਹਿੰਦੇ ਨੇ, ਇਹਨਾਂ ਗੱਲਾਂ ਦੀ ਸਮਝ ਉਹਨਾਂ ਨੂੰ ਲੱਗਦੀ ਆ ਜਿਨ੍ਹਾਂ ਦਾ ਮਨ ਨਾਮ ਜਪਣ ਨੂੰ ਮੰਨ ਗਿਆ ਹੈ। ਜਿਹੜੇ ਅਜੇ ਮੰਨੇ ਨਹੀਂ, ਉਹ ਅਜੇ ਛੋਟੇ ਜਿਹੇ ਬੂਟੇ ਵਾਂਗੂ ਡਾਵਾਂ ਡੋਲ ਹੁੰਦੇ ਆ। ਥੋੜੀ ਜਿਹੀ ਵੀ ਹਵਾ ਆਵੇ ਤੇ ਐਵੇਂ ਝੂਲਦੇ ਫਿਰਦੇ ਆ। ਪੱਕੇ ਪੈਰੀ ਉਹ ਖਲੋਤੇ ਨੇ ਜਿਹੜੇ ਧੁਰ ਅੰਦਰੋਂ ਜਪਦੇ ਨੇ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਅੱਗੇ ਉਹ ਫਿਰ ਜਿਹੜੇ ਮੰਨਣ ਵਾਲੇ ਨੇ ਨਾ, ਹੁਣ ਉਹਨਾਂ ਦਾ ਸਤਕਾਰ ਗਰੀਬ ਨਿਵਾਜ ਜੀ ਦੱਸ ਰਹੇ ਹਨ। ਪੰਚ ਪਰਵਾਨ ਪੰਚ ਪ੍ਰਧਾਨ। ਮਹਾਰਾਜ ਕਹਿੰਦੇ ਨੇ, ਉਹ ਜਿਹੜੇ ਸੁਣ ਕੇ ਜਿਨ੍ਹਾਂ ਨੇ ਮੰਨ ਲਿਆ ਨਾ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਿੰਨੀ ਸੁਣ ਕੇ ਮੰਨਿਆ ਹਉ ਤਿੰਨ ਬਲਿਹਾਰੈ ਜਾਉ। ਮੈਂ ਸਦਕੇ ਹੁਣ ਉਹਨਾਂ ਤੋਂ ਜਿਨ੍ਹਾਂ ਨੇ ਮੇਰੀ ਗੱਲ ਨੂੰ ਸੁਣ ਕੇ ਤੇ ਮੰਨ ਲਿਆ। ਤੇ ਉਹ ਮੇਰੇ ਘਰ ਵਿੱਚ ਕੀ ਨੇ? ਬਾਰੇ ਕਹਿੰਦੇ, ਉਹ ਮੇਰੇ ਘਰ ਵਿੱਚ ਪੰਚ ਨੇ। ਪੰਚ ਸਮਝ ਰਹੇ ਹੋ? ਪੰਚਾਇਤ, ਪਿੰਡ ਦੀ ਪੰਚਾਇਤ। ਸਾਰੇ ਬੰਦੇ ਪਿੰਡ ਦੇ ਹੀ ਹੁੰਦੇ, ਸ਼ਹਿਰ ਵਿੱਚ MC ਜਿਹੜੇ ਨੇ, ਪਰ ਉਹ ਫਿਰ ਆਮ ਬੰਦਿਆਂ 'ਚ ਨਹੀਂ ਆਉਂਦੇ। ਉਹਨਾਂ ਦਾ ਸਤਿਕਾਰ ਵੱਡਾ ਹੋ ਜਾਂਦਾ। ਵੇਖਣ ਨੂੰ ਉਹ ਆਮ ਹੀ ਲੱਗਦੇ ਆ, ਪਰ ਲੋਕੀ ਉਹਨਾਂ ਨੂੰ ਪੁੱਛ ਕੇ ਤੁਰਦੇ। ਸੁਣ ਕੇ ਗੁਰੂ ਕੀ ਗੱਲ ਜਿਨ੍ਹਾਂ ਮੰਨ ਲਈ, ਮਹਾਰਾਜ ਕਹਿੰਦੇ ਨੇ, ਉਹ ਪੰਚ ਨੇ। ਔਰ ਉਹ ਪੰਚ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨੇ, ਔਰ ਉਹ ਹੀ ਗੁਰੂ ਨਾਨਕ ਦੇ ਘਰ ਦੇ ਪ੍ਰਧਾਨ ਨੇ। ਪ੍ਰਧਾਨ ਦਾ ਭਾਵ ਉਹ ਮੁਖੀਆਂ 'ਚ ਆ ਜਾਂਦੇ ਨੇ, ਸਤਿਕਾਰਯੋਗ ਹੋ ਜਾਂਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕੋਈ ਵੀ ਕੰਮ ਕਰਨਾ ਵਾ ਤੇ ਕਿਹਦੀ ਸਲਾਹ ਲੈਂਦੇ ਨੇ? ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ। ਸਾਰੀ ਜ਼ਿੰਦਗੀ ਇਦਾਂ ਕਰਕੇ ਤੇ ਜਿੱਦਣ ਲਾਹੌਰ ਸ਼ਹੀਦੀ ਦੇਣ ਵਾਸਤੇ ਜਾਣਾ, ਆਪਣੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਦੇ ਕੇ ਤੇ ਆਖਿਆ, ਲਾਲ ਜੀ ਹਰ ਸਿੱਖ ਨੂੰ ਹੁਕਮ ਘਲਾ ਕੇ ਆਪਣੇ ਕੋਲ ਮੰਗਾ ਲਿਓ, ਪਰ ਕਦੀ ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਹੁਕਮ ਨਹੀਂ ਚਲਾਉਣਾ, ਕਿਉਂਕਿ ਇਹ ਗੁਰੂ ਨਾਨਕ ਦੇ ਘਰ ਦੇ ਆਗੂ ਨੇ, ਪ੍ਰਧਾਨ ਨੇ ਗੁਰੂ ਨਾਨਕ ਦੇ ਘਰ ਦੇ। ਇਹਨਾਂ ਨੂੰ ਨਹੀਂ ਸੁਣਾ ਘਲਾਉਣਾ। ਤੁਹਾਨੂੰ ਕੰਮ ਪਵੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪ ਜਾ ਕੇ ਮਿਲਣਾ ਵਾ। ਇਦਾਂ ਹੀ ਹੋਇਆ ਸੀ। ਜਦੋਂ ਬਾਬਾ ਜੀ ਨੂੰ ਕਹਿ ਦਿੱਤਾ ਮਹਾਰਾਜ ਛੇਵੇਂ ਪਾਤਸ਼ਾਹ ਨੇ, ਬਾਬਾ ਜੀ
ਤੁਸੀਂ ਨਾ ਆਇਆ ਕਰੋ ਬੀੜ ਸਾਹਿਬ ਤੋਂ, ਇੰਨੀ ਉਮਰ ਹੋ ਗਈ, ਤੁਰ ਕੇ ਆਉਂਦੇ ਹੋ। ਉੱਥੇ ਬਹਿ ਕੇ ਯਾਦ ਕਰਿਓ, ਮੈਂ ਸਾਰੇ ਕੰਮ ਛੱਡ ਕੇ ਬੀੜ ਸਾਹਿਬ ਆ ਜਾ ਕਰੂੰਗਾ। ਉਹਨਾਂ ਕਿਹਾ ਨਹੀਂ ਮਹਾਰਾਜ, ਇਹ ਮਰਜ਼ਾਦਾ ਨਾ ਬਦਲਿਓ, ਸਿੱਖ ਗੁਰੂ ਕੋਲ ਆਵੇ ਤੇ ਇਹ ਹੀ ਸੋਭਦਾ ਹੈ। ਮੈਂ ਆਵਾਂਗਾ, ਜ਼ਰੂਰ ਆਵਾਂਗਾ। ਫਿਰ ਉਹਨਾਂ ਨੇ ਆਖਿਆ ਠੀਕ ਹੈ, ਤੁਸੀਂ ਆਇਓ, ਹੁਣ ਮੇਰਾ ਇੱਕ ਬਚਨ ਮੰਨ ਲਓ। ਮੈਂ ਤੁਹਾਡਾ ਮੰਨ ਲਿਆ ਕਿ ਮੇਰਾ ਮੰਨ ਲਓ? ਆਖਿਆ ਦੱਸੋ। ਮਹਾਰਾਜ ਨੇ ਪਾਲਕੀ ਮੰਗਵਾ ਕੇ ਨਾ, ਜਿਹੜੀ ਪਾਲਕੀ 'ਚ ਬਹਿ ਕੇ ਜਾਂਦੇ ਸੀ, ਮਹਾਰਾਜ ਕਹਿੰਦੇ ਨੇ ਸਾਡੇ ਵਾਸਤੇ ਹੋਰ ਬਣ ਜੂਗੀ, ਆਹ ਮੇਰੀ ਭੇਟਾ ਜ਼ਰੂਰ ਲਓ ਵੀ ਅੱਜ ਤੋਂ ਜੇ ਬੀੜ ਸਾਹਿਬ ਤੋਂ ਇੱਥੇ ਆਉਣਾ ਤੇ ਪਾਲਕੀ 'ਚ ਬਹਿ ਕੇ ਆਉਣਾ। ਨਾਲ ਸਿੱਖ ਦੇ ਤੇ ਬਾਬਾ ਜੀ ਆਂਦੇ ਮੈਂ ਕਿੱਦਾਂ? ਮਹਾਰਾਜ ਕਹਿੰਦੇ ਨੇ ਸਾਡੇ ਬਿਠਾਇਆ ਬਿਓ, ਆਪ ਥੋੜੇ ਬਹਿੰਦੇ, ਸਾਡੇ ਬਿਠਾਇਆ। ਹੁਣ ਪਾਲਕੀ 'ਚ ਆਖਿਆ ਸਤ ਬਚਨ। ਇੱਕ ਦਿਨ ਕੀ ਹੋਇਆ, ਸਿਆਲ ਦੇ ਦਿਨ ਨੇ, ਅੰਮ੍ਰਿਤ ਵੇਲੇ ਨਿਤਨੇਮ ਕੀਤਾ। ਨਿਤਨੇਮ ਤੋਂ ਬਾਅਦ ਵਿੱਚ ਇੰਨੀ ਪਿਆਰ ਦੀ ਹੂਕ ਉੱਠੀ ਵੀ ਜੀ ਕਰੇ ਹੁਣੇ ਹੀ ਮੀਰੀ ਪੀਰੀ ਵਾਲੇ ਦਾ ਦਰਸ਼ਨ ਕਰੀਏ। ਸਿੱਖਾਂ ਨੂੰ ਆਵਾਜ਼ ਮਾਰੀ, ਚਲੋ ਚਲੀਏ ਦਰਬਾਰ ਸਾਹਿਬ, ਮਹਾਰਾਜ ਦਾ ਦਰਸ਼ਨ ਕਰਨਾ। ਆਖਿਆ ਚਲੋ। ਸਿਆਲ ਦੇ ਦਿਨ ਸੀ, ਧੂੜ ਪਈ, ਬਾਬਾ ਜੀ ਵਿੱਚ ਬਹਿ ਗਏ ਨੇ ਬੁੱਕਲ ਮਾਰ ਕੇ, ਬਜ਼ੁਰਗ ਅਵਸਥਾ ਹੈ। ਸਿੱਖਾਂ ਨੇ ਪਾਲਕੀ ਚੁੱਕ ਲਈ। ਜਦੋਂ ਅੰਮ੍ਰਿਤਸਰ ਦੇ ਬਾਰ-ਬਾਰ ਆਏ, ਉੱਥੇ ਇੱਕ ਨੌਜਵਾਨ ਖਲੋਤਾ ਹੋਇਆ ਸੀ ਕੰਬਲ ਦੀ ਬੁੱਕਲ ਮਾਰ ਕੇ। ਉਸ ਨੌਜਵਾਨ ਨੇ ਸਾਹਮਣੇ ਸਿੱਖ ਨੂੰ ਆਖਿਆ ਵੀ ਤੂੰ ਜਰਾ ਕਿ ਇੱਕ ਪਾਸੇ ਹੋ, ਮੈਂ ਪਾਲਕੀ ਚੁੱਕਣੀ। ਉਹਨਾਂ ਪਾਲਕੀ ਚੁੱਕ ਲਈ। ਆਗੂ ਐਵੇਂ ਨਹੀਂ ਬਣਦੇ ਪ੍ਰਧਾਨ, ਉਹ ਬਣਦਾ ਗੁਰੂ ਨਾਨਕ ਦੇ ਘਰ ਦਾ, ਜਿਹੜਾ ਗੁਰੂ ਨਾਨਕ ਨਾਲ ਇੱਕਮਿਕ ਹੋ ਜਾਂਦਾ। ਹਾਰੀ ਸਾਰੀ ਨੂੰ ਪ੍ਰਧਾਨ ਨਹੀਂ ਆਖਿਆ। ਫੇਰ ਸਾਧ ਸੰਗਤ ਜਦੋਂ ਉਹਨਾਂ ਨੇ ਉਸ ਨੌਜਵਾਨ ਨੇ ਮੋਢਾ ਦਿੱਤਾ ਤੇ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ ਉਹ ਪਾਲਕੀ ਰੱਖੋ ਥੱਲੇ ਗੁਰੂ ਕੇ ਸਿੱਖੋ। ਤੇ ਸਿੱਖਾਂ ਦੇ ਖਿਆਲ 'ਚ ਵੀ ਠੰਡ ਕਰਕੇ ਥੱਕ ਗਏ, ਆਂਦੇ ਬਾਬਾ ਜੀ ਆ ਗਏ ਆ, ਲੱਗ ਗਈ। ਉਹ ਆਂਦੇ ਆ ਨਹੀਂ ਤੁਸੀਂ ਪਾਲਕੀ ਰੱਖੋ, ਨਹੀਂ ਤੇ ਮੈਂ ਛਾਲ ਮਾਰ ਦਿਆਂਗਾ ਵਿੱਚੋਂ। ਫਟਾਫਟ ਪਾਲਕੀ ਰੱਖਤੀ ਵੀ ਕੀ ਹੋਇਆ। ਪਾਲਕੀ ਚੋਂ ਨਿਕਲ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਜਿਹੜੇ ਨੌਜਵਾਨ ਨੇ ਬੁੱਕਲ ਮਾਰੀ ਸੀ ਨਾ, ਮੂੰਹ ਵਲੇਟਿਆ ਸੀ, ਉਹਦੇ ਜਾ ਕੇ ਪੈਰਾਂ ਤੇ ਸਿਰ ਰੱਖ ਕੇ ਤੇ ਕਹਿੰਦੇ ਆ ਮੀਰੀ ਪੀਰੀ ਵਾਲਿਆ ਤੂੰ ਕੀ ਚਾਹੁੰਦਾ ਵੀ ਨੇਰੇ ਬੁੱਕਲ ਮਾਰ ਕੇ ਆਵੇਂਗਾ ਤਾਂ ਅਸੀਂ ਤੈਨੂੰ ਪਛਾਣਾਂਗੇ ਹੀ ਨਾ। ਇਹ ਆ ਗੁਰੂ ਨਾਨਕ ਦੇ ਘਰ ਦੇ ਪ੍ਰਧਾਨ, ਇਹ ਉਹਦੇ ਪੰਚ ਨੇ, ਆਗੂ ਨੇ ਉਹਦੇ। ਫਿਰ ਜਦੋਂ ਮਹਾਰਾਜ ਨੇ ਫਿਰ ਆਪਣਾ ਨੱਕ ਮੁੱਕ ਢੱਕਿਆ ਸੀ, ਫਿਰ ਕੰਬਲ ਪਰਾਂ ਕਰਤਾ, ਕੰਬਲ ਪਰਾਂ ਕਰਤਾ। ਤੇ ਫਿਰ ਸਿੱਖਾਂ ਨੇ ਆਖਿਆ ਬਾਬਾ ਜੀ ਸਾਡੇ ਕੋਲ ਬਾਹਰੋਂ ਹੀ ਨਹੀਂ ਪਛਾਣਿਆ ਗਿਆ, ਤੁਹਾਂ ਪਾਲਕੀ 'ਚ ਬਹਿ ਕੇ ਕਿੱਦਾਂ ਪਛਾਣ ਲਿਆ? ਬਾਬਾ ਜੀ ਕਹਿੰਦੇ ਆ ਜਦੋਂ ਘਰੋਂ ਤੁਰੇ ਸੀ ਨਾ, ਜਦੋਂ ਮੈਂ ਤੁਰਿਆ ਤੇ ਮੇਰੇ ਗੁਰੂ ਨੂੰ ਪਤਾ ਲੱਗ ਗਿਆ, ਤੇ ਜਦੋਂ ਗੁਰੂ ਤੁਰਿਆ ਤੇ ਉਦੋਂ ਮੈਨੂੰ ਪਤਾ ਲੱਗ ਗਿਆ। ਮੈਨੂੰ ਇਸ ਢੰਗ ਨਾਲ ਪਤਾ ਲੱਗ ਗਿਆ ਵੀ 12 ਸਾਲ ਦੀ ਉਮਰ ਵਿੱਚ ਇਹਦੇ ਚਰਨਾਂ ਤੇ ਸਿਰ ਰੱਖਿਆ ਸੀ, ਅੱਜ ਤੱਕ ਮੇਰਾ ਸਿਰ ਉਹਦੇ ਚਰਨਾਂ ਤੋਂ ਤਾਂ ਨਹੀਂ ਹੋਇਆ। ਮੈਂ ਨਿਖੜਿਆ ਹੀ ਨਹੀਂ ਕਦੀ। ਤੇ ਪਤਾ ਤੇ ਉਹਨੂੰ ਲੱਗਦਾ ਜਿਹਨੂੰ ਕਦੀ ਪਤਾ ਭੁੱਲਿਆ ਹੋਵੇ, ਚੇਤਾ ਤੇ ਉਹਨੂੰ ਆਉਂਦਾ ਜਿਹਨੂੰ ਕਦੀ ਚੇਤਾ ਭੁੱਲਿਆ ਹੋਵੇ। ਇਹ ਆ ਗੁਰੂ ਨਾਨਕ ਦੇ ਘਰ ਦੇ ਪ੍ਰਧਾਨ ਤੇ ਗੁਰੂ ਨਾਨਕ ਦੇ ਘਰ ਦੇ ਪੰਚ ਆਗੂ, ਉਹਨਾਂ ਦਾ ਇੱਥੇ ਵੀ ਸਤਿਕਾਰ, ਦਰਗਾਹ ਵਿੱਚ ਵੀ ਸਤਿਕਾਰ ਹੈ ਜੀ। ਪੰਚੇ ਪਾਵਹਿ ਦਰਗਹਿ ਮਾਨ। ਐਸੇ ਪੰਚ, ਐਸੇ ਗੁਰਮੁਖ ਮਹਾਂਪੁਰਖ ਜਿਹੜੇ ਨੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਨ। ਪੰਚੇ ਸੋਹੈ ਦਰ ਰਾਜਾਨ। ਮਹਾਰਾਜ ਕਹਿੰਦੇ ਨੇ ਪੰਚੇ ਸੋਹੇ ਦਰ ਰਾਜਾਨ, ਉਹ ਰਾਜਿਆਂ ਦਾ ਰਾਜਾ ਵਾਹਿਗੁਰੂ ਅਕਾਲ ਪੁਰਖ, ਉਹਦੇ ਦਰ ਤੇ ਇਦਾਂ ਦਾ ਬਚਨ ਮੰਨਣ ਵਾਲੇ ਜਾਂਦੇ ਨੇ ਨਾ ਜਿਹੜੇ, ਉਹਨਾਂ ਦੀ ਵੀ ਰਾਜਿਆਂ ਮਹਾਰਾਜਿਆਂ ਵਰਗੀ ਸ਼ਾਨੋ ਸ਼ੌਕਤ ਬਣ ਜਾਂਦੀ ਹੈ ਜੀ। ਪੰਚਾਂ ਕਾ ਗੁਰ ਏਕ ਧਿਆਨ। ਕਿਉਂ ਸ਼ਾਨੋ ਸ਼ੌਕਤ ਬਣਦੀ ਆ? ਆ ਜਿਹੜੇ ਦੁਨੀਆ ਦੇ ਬਾਦਸ਼ਾਹ ਰਾਜੇ ਨੇ ਨਾ, ਇਹ ਵੀ ਉਹਨਾਂ ਪੰਚਾਂ ਦੇ ਅੱਗੇ ਹੱਥ ਜੋੜ ਜੋੜ ਕੇ ਮੱਥੇ ਟੇਕਦੇ ਜੇ। ਦੁਨੀਆ ਦੇ ਰਾਜੇ, ਇਹਨਾਂ ਮਗਰ ਦੁਨੀਆ ਤੁਰੀ ਫਿਰਦੀ ਹੈ। ਮੈਂ ਅੱਗੇ ਵੀ ਕਈ ਵਾਰੀ ਆਖਿਆ ਕਿ ਰਾਜੇ ਬਹੁਤ ਕੁਝ ਨੇ, ਇਹ ਨਹੀਂ ਵੀ ਉਹਨਾਂ ਐਵੇਂ ਹੀ ਨੇ, ਬੰਦਗੀ ਕਰਕੇ ਬਣਦੇ ਆ ਜੋ ਕੁਝ ਵੀ। ਜੇ ਕੋਈ ਸਰਕਾਰੀ ਪਦਵੀ ਆਪਣੇ ਆਫਿਸ ਵਿੱਚ ਬੈਠਾ ਹੋਇਆ ਨਾ, ਉਹ ਵੀ ਐਵੇਂ ਨਹੀਂ ਬੈਠਾ, ਉਹਦਾ ਬੰਤਾਪ ਵਾ ਪਿਛਲਾ, ਉਹ ਹੁਣ ਸੁੱਖ ਲੈ ਰਿਹਾ, ਐਵੇਂ ਨਹੀਂ ਕੋਈ ਵੀ ਲੈਂਦਾ। ਪਰ ਇਹ ਜਿੰਨੇ ਵੀ ਰਾਜੇ, ਜਿੰਨੇ ਵੀ ਅਫਸਰ ਨੇ, ਇਹ ਤੇ ਮਹਾਂਪੁਰਖਾਂ ਦੇ ਮਗਰ ਜਾਂਦੇ ਆ ਜੀ, ਅਰਦਾਸ ਕਰਿਓ ਸਾਨੂੰ ਆਹ ਮੁਸ਼ਕਲ ਪੈ ਗਈ, ਆਹ ਮੁਸ਼ਕਲ। ਪਰ ਕਦੀ ਪੂਰਨ ਗੁਰਮੁਖ ਜੀ ਦੀ ਸਿਫਤ ਅੱਜ ਗੁਰੂ ਨਾਨਕ ਸਾਹਿਬ ਕਰਦੇ ਆ ਨਾ, ਉਹ ਪੂਰਨ ਗੁਰਮੁਖ ਕਦੀ ਰਾਜੇ ਦੇ ਬੂਹੇ ਅੱਗੇ ਨਹੀਂ ਜਾ ਕੇ ਖਲੋਂਦਾ ਵੀ ਮੈਨੂੰ ਟਾਈਮ ਦਵਾ ਦਿਓ ਮੈਂ ਮਿਲਣਾ, ਕਿਉਂਕਿ ਉਹ ਕਹਿੰਦਾ ਦੀਨ ਦੁਨੀਆ ਦੇ ਮਾਲਕ ਦਾ ਦਰਸ਼ਨ ਹੋ ਗਿਆ। ਇਹ ਝੂਠੇ ਸਭ ਦਿਵਸ ਚਾਰ ਕੇ, ਇਹ ਐਵੇਂ ਹੀ ਨੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹਨਾਂ ਰਾਜਿਆਂ ਨੂੰ ਝੂਠਾ ਮੰਨਦੇ ਆ, ਪਰ ਕਿਤੇ ਭੁੱਲ ਕੇ ਵੀ ਮਹਾਂਪੁਰਖਾਂ ਦਾ ਫੇਰਾ ਰਾਜਿਆਂ ਦੀ ਕਚਹਿਰੀ ਵਿੱਚ, ਰਾਜਿਆਂ ਦੇ ਦਰਬਾਰ ਵਿੱਚ ਪੈ ਜਾਏ, ਉਹ ਰਾਜੇ ਸੱਚੇ ਗੁਰਮੁਖ ਵੱਲ ਵੇਖ ਕੇ ਤੇ ਉੱਠ ਕੇ ਹੱਥ ਜੋੜ ਕੇ ਖਲੋ ਜਾਂਦੇ। ਉਹਨਾਂ ਦਾ ਰਾਜਿਆਂ ਦੇ ਘਰਾਂ ਵਿੱਚ ਵੀ ਸਤਿਕਾਰ,
ਤੇ ਅੱਗੋਂ ਮਾਰੇ ਕਹਿੰਦੇ ਨੇ ਕਿਉਂ ਭਲਾ ਸਤਕਾਰ ਹੈ? ਪੰਚਾਂ ਕਾ ਗੁਰ ਏਕ ਧਿਆਨ। ਇਹੋ ਜਿਹੇ ਜਿਹੜੇ ਪੰਚ ਜਿਹੜੇ ਆਗੂ ਨੇ ਉਹਨਾਂ ਦਾ ਦੁਨੀਆ ਸਤਕਾਰ ਤਾਂ ਕਰਦੀ ਕਿਉਂਕਿ ਉਹ ਇੱਕ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦੇ ਹਨ। ਜੇ ਕੋ ਕਹੈ ਕਰੇ ਵਿਚਾਰ। ਦੱਸੋ ਫਿਰ ਇਦਾਂ ਦੀ ਜਿਹੜਾ ਗੁਰਮੁਖ ਜਿਹੜਾ ਪੰਚ ਪ੍ਰਧਾਨ ਵਾ ਜਿਹੜਾ ਉਹਦੀ ਕੀ ਕਥਾ ਕਰੀਏ, ਉਹਦੀ ਕੀ ਵਿਚਾਰ ਕਰਾਂਗੇ ਵੀ ਉਹ ਕਿੱਡਾ ਕੁ ਉੱਚਾ ਹੈ ਜੀ। ਕਰਤੇ ਕੈ ਕਰਨੈ ਨਾਹੀ ਸੁਮਾਰ। ਸਾਹਿਬ ਕਹਿੰਦੇ ਨੇ ਕਰਤੇ ਪੁਰਖ ਵਾਹਿਗੁਰੂ ਜੀ ਨੇ ਇੰਨੀ ਸ੍ਰਿਸ਼ਟੀ ਸਾਜ ਦਿੱਤੀ ਆ, ਉਹਦਾ ਕੋਈ ਅੰਤ ਬੰਨਾ ਹੀ ਨਹੀਂ ਲੱਭਦਾ। ਨਾਮ ਜਪਣ ਵਾਲਿਆਂ ਦੀ ਵੀ ਕਮੀ ਕੋਈ ਨਹੀਂ ਤੇ ਨਾਮ ਤੋਂ ਬੇਮੁਖਾਂ ਦੀ ਵੀ ਕਮੀ ਕੋਈ ਨਹੀਂ, ਚੋਰਾਂ ਦੀ ਵੀ ਕਮੀ ਕੋਈ ਨਹੀਂ ਤੇ ਸੰਤਾਂ ਦੀ ਵੀ ਕਮੀ ਕੋਈ ਨਹੀਂ ਤੇ ਦਾਨੀਆਂ ਦੀ ਵੀ ਕਮੀ ਕੋਈ ਨਹੀਂ ਤੇ ਬੇਈਮਾਨੀਆਂ ਦੀ ਵੀ ਕਮੀ ਕੋਈ ਨਹੀਂ। ਉਹ ਇਹ ਸੁਮਾਰ ਏਡਾ ਤਗੜਾ ਉਹਦਾ ਪਸਾਰਾ ਹੈ ਕਿ ਕੋਈ ਵੀ ਬੰਦਾ ਆਪਣੇ ਦਿਮਾਗ ਵਿੱਚ ਪੂਰੀ ਸ੍ਰਿਸ਼ਟੀ ਬਾਰੇ ਲਿਆ ਨਹੀਂ ਸਕਦਾ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਏਡਾ ਤਗੜਾ ਸਾਗਰ ਇੱਕ ਟੂਟੀ ਦੇ ਵਿੱਚੋਂ ਦੀ ਉਹ ਸਾਰਾ ਪਾਣੀ ਨਹੀਂ ਨਾ ਜਿੱਦਾਂ ਲੰਘਾਇਆ ਜਾ ਸਕਦਾ। ਇਦਾਂ ਕਰਤੇ ਪੁਰਖ ਦੇ ਪ੍ਰਬੰਧ ਨੂੰ ਕੋਈ ਵੀ ਬੰਦਾ ਆਪਣੇ ਦਿਮਾਗ ਵਿੱਚ ਪੂਰਾ ਨਹੀਂ ਲਿਆ ਸਕਦਾ। ਜਿਨ੍ਹਾਂ ਦੇ ਆਇਆ ਪਤਾ ਕਿੰਨਾ ਕੁ ਆਇਆ, ਜਿਵੇਂ ਸੂਰਜ ਚੜ ਗਿਆ, ਇੱਕ ਸੂਰਜ ਆ, ਇੱਕ ਸੂਰਜ ਦੀਆਂ ਕਿਰਨਾਂ ਨੇ, ਥੱਲੇ ਮਨੁੱਖ ਆ, ਤੇ ਕਦੀ ਵੀ ਪੂਰੇ ਦਾ ਪੂਰਾ ਸੂਰਜ ਕਿਸੇ ਦੇ ਘਰ ਵਿੱਚ ਨਹੀਂ ਆਇਆ, ਨਹੀਂ ਆਇਆ, ਕੋਈ ਲਿਆ ਹੀ ਨਹੀਂ ਸਕਦਾ। ਪਤਾ ਕਿਉਂ? ਕਿਉਂਕਿ ਇਸ ਧਰਤੀ ਤੋਂ 60,000 ਗੁਣਾ ਵੱਡਾ ਹੈ ਸੂਰਜ। ਸਾਇੰਟਿਸਟ ਕਹਿੰਦੇ ਆ 60,000 ਗੁਣਾ ਵੱਡਾ ਸੂਰਜ ਆ, ਤੋ ਧਰਤੀ ਤੇ ਹੀ ਨਹੀਂ ਪੂਰਾ ਹੁੰਦਾ, ਕਿਸੇ ਦੇ ਘਰ ਵਿੱਚ ਪੂਰਾ ਕਿੱਦਾਂ ਆਊਗਾ? ਕਦੀ ਵੀ ਸੂਰਜ ਪੂਰੇ ਦਾ ਪੂਰਾ ਕਿਸੇ ਦੇ ਘਰ ਵਿੱਚ ਨਹੀਂ ਆਉਂਦਾ। ਹਾਂ, ਸੂਰਜ ਦੀਆਂ ਕਿਰਨਾਂ ਆਉਂਦੀਆਂ ਨੇ, ਹਨੇਰਾ ਦੂਰ ਹੋ ਜਾਂਦਾ। ਪਰਮਾਤਮਾ ਬਾਰੇ ਪੂਰਾ ਦਾ ਪੂਰਾ ਕੋਈ ਨਹੀਂ ਸਮਝ ਸਕਦਾ। ਉਹਦੀਆਂ ਰਹਿਮਤਾਂ ਆਉਂਦੀਆਂ ਨੇ, ਬੰਦੇ ਦੀ ਸੁਰਤ ਬਿਰਤ ਉੱਚੀ ਹੋ ਜਾਂਦੀ ਹੈ, ਬੰਦਾ ਗਿਆਨਵਾਨ ਹੋ ਜਾਂਦਾ ਹੈ। ਇਹ ਕਿਰਨਾਂ ਸੂਰਜ ਦੀਆਂ, ਵਾਹਿਗੁਰੂ ਜੀ ਦੀਆਂ ਰਹਿਮਤਾਂ। ਸਾਹਿਬ ਕਹਿੰਦੇ ਨੇ ਕੀ ਕੋਈ ਦੱਸੇ, ਉਹਦਾ ਸੁਮਾਰ ਏਡਾ ਵੱਡਾ ਹੈ। ਕਰਤੇ ਕੈ ਕਰਨਾ ਨਾਹੀ ਸੁਮਾਰ, ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਧੌਲ ਧਰਮ ਦਇਆ ਕਾ ਪੂਤ। ਜਿਨ੍ਹਾਂ ਨੇ ਬੋਲ ਕੇ ਦੱਸਿਆ ਮਾਰੇ ਕਹਿੰਦੇ ਨੇ ਕੂੜੇ ਕੀ ਕੂੜੀ ਠੀਸ, ਉਹ ਐਵੇਂ ਗਾਪੀ ਮਾਰੀ ਆ। ਜਿਨ੍ਹਾਂ ਨੇ ਰੱਬ ਬਾਰੇ ਕੁਝ ਬੋਲ ਕੇ ਦੱਸਿਆ, ਕੀ ਬੋਲ ਕੇ ਦੱਸਿਆ? ਰੱਬ ਬਾਰੇ ਪ੍ਰਾਤਨ ਲੋਕਾਂ ਨੇ ਇਹ ਬੋਲ ਕੇ ਦੱਸ ਦਿੱਤਾ ਵੀ ਇਸ ਧਰਤੀ ਨੂੰ ਬੌਲਦ ਨੇ ਆਪਣੇ ਸਿੰਘਾਂ ਦੇ ਉੱਤੇ ਚੁੱਕਿਆ ਹੋਇਆ। ਕਿਉਂਕਿ ਉਹ ਪੰਕਤੀ ਜਿਹੜੀ ਸੀ ਉਹਦੇ ਵਿੱਚੋਂ ਕੁਝ ਨਿਕਲਣਾ ਸੀ ਨਾ, ਵੀ ਜਿਹੜੀ ਮਹਾਰਾਜ ਨੇ ਆਖਿਆ ਸੁਮਾਰ ਕਿੱਡਾ ਕਾ ਕਿਸੇ ਨੂੰ ਪਤਾ ਹੀ ਨਹੀਂ। ਤੇ ਜੇ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਤੇ ਉਹ ਗੱਪ ਮਾਰਦਾ ਵਾ। ਮਾਰੇ ਕਹਿੰਦੇ ਨੇ ਬੌਲਦ, ਕਿਸੇ ਬੌਲਦ ਨੇ ਧਰਤੀ ਨੂੰ ਨਹੀਂ ਚੁੱਕਿਆ ਹੋਇਆ। ਹਾਂ, ਇੱਕ ਬੌਲਦ ਹੈ ਜਿਹਨੇ ਚੁੱਕਿਆ ਹੋਇਆ। ਉਹ ਕੌਣ ਆ? ਮਾਰੇ ਕਹਿੰਦੇ ਨੇ ਉਸ ਬੌਲਦ ਦਾ ਨਾਮ ਆ ਧਰਮ। ਬਾਹਰੋਂ ਬੌਲਦ, ਇੱਕ ਗਊ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਉਹ ਬੌਲਦ ਬਣਿਆ। ਤੇ ਉਸ ਧਰਮ ਨੂੰ ਕਿਹਨੇ ਜਨਮ ਦਿੱਤਾ? ਧਰਮ ਨੂੰ ਜਨਮ ਦਿੱਤਾ ਹੈ ਦਇਆ ਨੇ। ਕਿਉਂ ਕਹਿ ਰਹੇ ਨੇ? ਮਾਰੇ ਕਹਿੰਦੇ ਤੁਸੀਂ ਜਪਜੀ ਸਾਹਿਬ ਦੀ ਕਥਾ ਸੁਣਨ ਵਾਸਤੇ ਤੇ ਕਰਨ ਵਾਸਤੇ ਆਏ ਹੋ, ਇਸ ਕਰਕੇ ਕਿ ਅਸੀਂ ਧਰਮੀ ਬਣੀਏ। ਤੇ ਮਾਰੇ ਕਹਿੰਦੇ ਨੇ ਧਰਮੀ ਸਾਰੇ ਤਾਂ ਬਣ ਸਕਦੇ ਹੋ ਜੇ ਤੁਹਾਡੇ ਅੰਦਰ ਦਇਆ ਹੋਵੇ। ਜਦੋਂ ਕੁਛ ਦੇਣ ਲੱਗੇ ਹੋ, ਜੇ ਤੁਸੀਂ ਇਹ ਵੇਂਦੇ ਹੋ ਕਿ ਜਿੰਨੇ ਗਾਤਰੇ ਕਿਰਪਾਨ ਪਾਈ ਹੋਵੇ ਮੈਂ ਉਹਨੂੰ ਹੀ ਕੁਝ ਦੇਣਾ ਵਾ, ਤੇ ਜੇ ਕੋਈ ਕਿਰਪਾਨ ਤੋਂ ਬਿਨਾਂ ਆ ਗਿਆ ਮੈਂ ਉਹਦੀ ਮਦਦ ਨਹੀਂ ਕਰਨੀ, ਇਹ ਪੂਰਨ ਨਹੀਂ ਗੱਲ ਹੈਗੀ। ਇਹ ਬਿਲਕੁਲ ਠੀਕ ਆ ਕਿ ਮਹਾਰਾਜ ਨੇ ਕਿਹਾ ਵਾ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸਹਾਤ ਨਾ ਜੀ ਕੋ। ਗੁਰਸਿੱਖ ਦੀ ਸੇਵਾ ਕਰਨੀ ਚਾਹੀਦੀ ਹੈ ਵੱਧ, ਪਰ ਜਦੋਂ ਤੁਸੀਂ ਨਾਮ ਜਪ ਕੇ ਬ੍ਰਹਮ ਨੂੰ ਸਮਝ ਕੇ ਕਿਸੇ ਦੀ ਮਦਦ ਕਰਨ ਤੁਰੋਗੇ ਨਾ, ਉਦੋਂ ਉਹ ਕਰਤਾ ਪੁਰਖ ਸਾਰਿਆਂ ਦੇ ਵਿੱਚ ਵਸਿਆ ਦਿਸੂਗਾ। ਫਿਰ ਕਿਸੇ ਦੀ ਛੱਡ ਕੇ ਮਦਦ ਨਹੀਂ ਕਰੋਗੇ, ਫਿਰ ਸਾਰਿਆਂ ਦੀ ਕਰੋਗੇ। ਪਤਾ ਕਿਉਂ? ਮੈਂ ਕਿਤੇ ਕਥਾ ਕਰਨ ਗਿਆ, ਮੈਂ ਕਿਸੇ ਦਾ ਵਿਰੋਧੀ ਨਹੀਂ, ਪਰ ਸੰਗਤ ਵਿੱਚ ਜਿਹੜਾ ਬਚਨ, ਉਹਨਾਂ ਨੇ ਮੈਨੂੰ ਆਖਿਆ ਸਾਡੇ ਜਿਹੜੇ ਮਹਾਰਾਜ ਜੀ ਆ ਨਾ, ਮੀਂਹ ਪਿਆ ਬੜਾ ਤੇ ਲੋਕਾਂ ਦੀਆਂ ਕਣਕਾਂ ਖਰਾਬ ਹੋ ਗਈਆਂ। ਮੈਂ ਕਿਹਾ ਫੇਰ ਜੀ? ਤੇ ਉਹ ਆਂਦੇ ਆ ਸਾਡੇ ਮਹਾਰਾਜ ਜੀ ਨੇ ਆਖਿਆ ਪਿੰਡਾਂ ਵਿੱਚੋਂ ਲਿਸਟ ਬਣਾ ਕੇ ਲਿਆਓ ਕਿਹੜੀ ਕਿਹੜੀ ਸਾਡੀ ਸੰਗਤ ਵਾ, ਤੇ ਉਹਨਾਂ ਦੇ ਘਰ ਦਾਣੇ ਨਹੀਂ। ਸਾਡੇ ਮਹਾਰਾਜ ਜੀ ਨੇ ਇੰਨੇ ਪੈਸੇ ਦਿੱਤੇ, ਉਹਨਾਂ ਨੇ ਹਰ ਪਿੰਡ ਵਿੱਚ ਦਾਣੇ ਭੇਜੇ। ਜਿੰਨੇ ਜਿਹੜੇ ਉਹ ਮਹਾਰਾਜ ਜੀ ਦੇ ਸੇਵਕ ਸੀ ਨਾ, ਉਹਨਾਂ ਦੇ ਘਰ ਉਹਨੇ ਦਾਣੇ ਸੁੱਟੇ। ਮੈਂ ਕਿਹਾ ਤੁਹਾਡਾ ਮਹਾਰਾਜ ਨਹੀਂ ਸੀ, ਉਹ ਦੁਕਾਨਦਾਰ ਸੀ। ਫਿਰ ਉਹ, ਕਿਉਂਕਿ ਮਹਾਰਾਜ ਕੀ ਆ? ਮਹਾਰਾਜ ਦੀ ਮੈਂ ਇੱਕ ਹੀ ਪਰਿਭਾਸ਼ਾ ਦੱਸ ਦਿੰਨਾ। ਸਵੇਰੇ ਅੰਮ੍ਰਿਤ ਵੇਲੇ 3:30 ਵਜੇ ਅਸੀਂ ਪ੍ਰਕਾਸ਼ ਕਰ ਦਿੰਦੇ ਹਾਂ ਗੁਰਦੁਆਰਾ ਬੁਰਜ ਸਾਹਿਬ।
ਇੱਕ ਪਾਸੇ ਆਤਮਾ ਦਾ ਭੋਜਨ ਤਿਆਰ ਹੋਣ ਲੱਗ ਪੈਂਦਾ, ਜਿਹੜਾ ਮਰਜ਼ੀ ਆਵੇ, ਤੇ 4 ਵਜੇ ਪੂਰੇ ਸਾਡਾ ਭਾਈ ਜੀਤ ਸਿੰਘ ਜਿਹੜਾ ਲਾਂਗਰੀ ਆ ਉਹ ਦਾਲ ਧੋਣ ਲੱਗ ਪੈਂਦਾ, ਉਹ ਚੌਲ ਧੋਣ ਲੱਗ ਪੈਂਦਾ, ਔਰ ਮਹਾਂਪੁਰਖ ਕਾਰ ਸੇਵਾ ਵਾਲੇ ਲੱਸੀ ਰੜਕਣ ਲੱਗ ਪੈਂਦੇ ਆ। ਔਰ ਜਦੋਂ ਸਾਰੀਆਂ ਚੀਜ਼ਾਂ ਤਿਆਰ ਹੋ ਜਾਂਦੀਆਂ, ਬੀਬੀਆਂ ਪ੍ਰਸ਼ਾਦੇ ਵੀ ਪਕਾ ਦਿੰਦੀਆਂ, ਗੁਰੂ ਨਾਨਕ ਦਾ ਲੰਗਰ ਖੁੱਲ ਜਾਂਦਾ ਸੱਚੇ ਮਹਾਰਾਜ ਦਾ। ਤੇ ਉਹ ਇਹ ਨਹੀਂ ਕਹਿੰਦਾ ਇੱਥੇ ਉਹ ਆਵੇ ਜਿਹੜਾ ਸਾਡਾ ਸਿੱਖ ਵਾ, ਦੂਜਾ ਨਾ ਕੋਈ ਆਵੇ। ਉੱਥੇ ਦਰਵਾਜ਼ਾ ਖੁੱਲ ਗਿਆ। ਔਰ ਕੁਝ ਲੋਕ ਇਦਾਂ ਦੇ ਆ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਨਹੀਂ ਜਾਣਦੇ, ਅਸੀਂ ਮੱਥਾ ਨਹੀਂ ਟੇਕ ਸਕਦੇ, ਪਰ ਸਾਨੂੰ ਭੁੱਖ ਲੱਗੀ ਹੋਈ ਆ, ਅਸੀਂ ਪਰਲੇ ਗੇਟ ਥਾਣੀ ਨਹੀਂ ਆਉਣਾ। ਉਹ ਉਰਲੇ ਗੇਟ ਥਾਣੀ ਜਾ ਕੇ ਸਾਈਕਲ ਲਾ ਕੇ ਪ੍ਰਸ਼ਾਦਾ ਛਕ ਕੇ ਤੇ ਉਰਿਓਂ ਹੀ ਨਿਕਲ ਆਉਂਦੇ। ਉਹਨਾਂ ਨੂੰ ਵੀ ਜਵਾਬ ਨਹੀਂ ਦਿੱਤਾ ਜਾਂਦਾ ਵੀ ਤੁਸੀਂ ਮੱਥਾ ਤੇ ਟੇਕਦੇ ਨਹੀਂ, ਤੇ ਯਾਰ ਪ੍ਰਸ਼ਾਦੇ ਨਿਰੇ ਪ੍ਰਸ਼ਾਦੇ ਨਹੀਂ। ਉਹ ਘੂਰ ਘੂਰ ਕੇ ਕਹਿੰਦੇ ਲੂਣ ਘੱਟ ਆ, ਲੱਸੀ ਲਿਆਓ, ਲੱਸੀ ਸੰਗਣੀ ਵਿੱਚ ਪਾਣੀ ਪਾਓ, ਇਹਦੇ ਤੁਹਾਂ ਲੂਣ ਨਹੀਂ ਪਾਇਆ, ਕਈ ਕੁਝ ਉੱਥੇ ਦਬਕੇ ਮਾਰਦੇ ਆ। ਤੇ ਗੁਰੂ ਕੇ ਸਿੱਖ ਸੁਣ ਕੇ ਸਾਰਿਆਂ ਨੂੰ ਛਿਕਾਈ ਜਾਂਦੇ ਆ। ਇਹ ਆ ਸੱਚਾ ਪਾਤਸ਼ਾਹ, ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਇਹ ਆ ਅਸਲੀ ਦਇਆ, ਸਾਰਿਆਂ ਤੇ ਦਇਆ ਕਰਨੀ। ਉਹਨੇ ਮੰਗਾ ਲਈ ਆਪਣੇ ਸੇਵਕਾਂ ਦੀ ਲਿਸਟ, ਜਿਹੜੇ ਜਿਹੜੇ ਕਦੀ ਮੱਥਾ ਟੇਕਦੇ ਸੀ ਤੇ ਹੁਣ ਮੁਸ਼ਕਲ ਪਈ, ਚੁਣ ਚੁਣ ਕੇ ਉਹਨਾਂ ਦੇ ਘਰਾਂ ਵਿੱਚ ਦਾਣੇ ਦੇ ਤੇ। ਲਾਗੇ ਕੋ ਭੁੱਖਾ ਮਰਦਾ ਹੋਊਗਾ, ਜੇ ਉਹਨੂੰ ਦੱਸਿਆ ਨਹੀਂ ਤੇ ਉਹ ਗੁਰੂ ਕਾਹਦਾ ਹੈ ਫਿਰ? ਨਹੀਂ, ਗੁਰੂ ਕੇਵਲ ਦੁਨੀਆ ਤੇ ਇੱਕ ਆ ਇਸ ਵੇਲੇ, ਔਰ ਉਹ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਹਦੇ ਵਰਗੀ ਦਿਆਲਤਾ ਕਿਸੇ ਵਿੱਚ ਵੀ ਨਹੀਂ। ਮੁਸ਼ਕਲ ਬਣੇ ਉਹ ਲੋਕੀ ਉੱਥੋਂ ਆਪਣੇ ਨਿਆਣਿਆਂ ਨੂੰ ਰੋ ਰੋ ਕੇ ਯੂਕਰੇਨ ਵਿੱਚੋਂ ਕੱਢ ਲਿਆ, ਤੇ ਸਾਡੇ ਬੰਦੇ ਉੱਥੇ ਟਿਕਟਾਂ ਆਪਣੇ ਕੋਲੋਂ ਖਰੀਦ ਕੇ ਤੇ ਰਸਤਾ ਲੈ ਲੈ ਕੇ ਉੱਥੇ ਜਾ ਕੇ ਵੰਡ ਰਹੇ ਆ। ਇਦਾਂ ਦੀ ਜਿਹਦੇ ਵਿੱਚ ਦਇਆ ਹੋਏਗੀ, ਮਹਾਰਾਜ ਕਹਿੰਦੇ ਉਹਦੇ ਅੰਦਰ ਧਰਮ ਪੈਦਾ ਹੋ ਜਾਏਗਾ। ਦਇਆ ਮਾਂ ਹੈ, ਤੇ ਦਇਆ ਮਾਂ ਨੇ ਅੱਗੋਂ ਇੱਕ ਪੁੱਤ ਨੂੰ ਜਨਮ ਦਿੱਤਾ ਜਿਹਦਾ ਨਾਂ ਹੈ ਧਰਮ। ਉਸ ਧਰਮ ਦੇ ਆਸਰੇ ਤੇ ਧਰਤੀ ਖਲੋਤੀ ਆ, ਹੋਰ ਕਿਸੇ ਬੌਲਦ ਨੇ ਧਰਤੀ ਨਹੀਂ ਚੁੱਕੀ ਹੋਈ। ਸੰਤੋਖ ਥਾਪ ਰੱਖਿਆ ਜਿਨ ਸੂਤ। ਔਰ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਉਸ ਧਰਮ ਨੇ ਅੱਗੋਂ ਇੱਕ ਪੁੱਤ ਨੂੰ ਜਨਮ ਦਿੱਤਾ। ਦਇਆ ਨੇ ਜਨਮ ਦਿੱਤਾ ਧਰਮ ਨੂੰ, ਧਰਮ ਨੇ ਅੱਗੋਂ ਜਨਮ ਦਿੱਤਾ ਸੰਤੋਖ ਨੂੰ। ਜਿਹੜਾ ਬੰਦਾ ਸੰਤੋਖੀ ਹੋਵੇ ਉਹ ਹੀ ਬੰਦਗੀ ਕਰ ਸਕਦਾ, ਲਾਲਚੀ ਬੰਦਾ ਤੇ ਭੁੱਖਾ ਬੰਦਾ ਬੰਦਗੀ ਨਹੀਂ ਕਰ ਸਕਦਾ। ਪਤਾ ਕਿਉਂ? ਜਪਜੀ ਸਾਹਿਬ ਪੜਿਆ ਹੈ, 15 ਮਿੰਟ ਲਾਏ ਆ ਤੇ 15 ਮਿੰਟ ਮੰਗਾ ਹੀ ਮੰਗਾ ਨਾਲ ਨਾਲ ਚਲੀ ਗਿਆ ਵੀ ਜਦੋਂ ਨੂੰ ਮੈਂ ਭੋਗ ਪਾਵਾਂ ਆ ਵੀ ਕਰਦੇ, ਆ ਵੀ ਕਰਦੇ। ਉਹ ਬੰਦਗੀ ਨਹੀਂ, ਉਹ ਸੇਵਾ ਨਹੀਂ, ਉਹ ਘਰਦਿਆਂ ਦੀ ਸੇਵਾ ਹੈ ਜਿਨ੍ਹਾਂ ਵਾਸਤੇ ਮੰਗਦਾ। ਜਦੋਂ ਸੰਤੋਖ ਆ ਗਿਆ ਤੇ ਉਹਦੇ ਵਿੱਚ ਇਹ ਹੋਊਗਾ ਵੀ ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੂੰ ਕਰੇਗਾ ਉਹ ਮੈਨੂੰ ਚੰਗਾ ਲੱਗੇਗਾ, ਉਹ ਬੰਦਗੀ ਹੈ ਪੂਰੀ। ਕਿਉਂਕਿ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਸੰਤੋਖੀ ਬੰਦਾ ਧਿਆ ਸਕਦਾ। ਹੁਣ ਅਸਲੀ ਧਰਮੀ ਦੀ ਗੱਲ ਸ਼ੁਰੂ ਹੋਈ ਜੀ। ਜੇ ਕੋ ਬੁਝੈ ਹੋਵੇ ਸਚਿਆਰ। ਮਾਰੇ ਕਹਿੰਦੇ ਆ ਜਿਹੜੇ ਮੈਂ ਬਚਨ ਦੱਸ ਰਿਹਾ, ਜਿਹੜਾ ਇਹਨਾਂ ਬਚਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਤੇ ਅੰਦਰ ਵਸਾ ਲੇਗਾ ਨਾ, ਉਹ ਸਚਿਆਰ ਬਣ ਜਾਏਗਾ। ਕਿਵ ਸਚਿਆਰਾਂ ਹੋਈ ਆ, ਕਿਵ ਕੂੜਾ ਟੁੱਟੈ ਪਾਲ। ਮੈਂ ਨਾਲ ਹੀ ਇਹ ਗੱਲ ਕਰੀ ਜਾਣੀ ਆ ਕਥਾ ਵਿੱਚ। ਸਚਿਆਰ ਹੋਣ ਵਾਸਤੇ ਅਸੀਂ ਜਪਜੀ ਸਾਹਿਬ ਦੀ ਕਥਾ ਆਰੰਭ ਕੀਤੀ ਆ ਤੇ ਸੁਣ ਰਹੇ ਆ। ਮਾਰੇ ਕਹਿੰਦੇ ਜਿਹੜਾ ਮੇਰੇ ਬਚਨਾਂ ਨੂੰ ਅੰਦਰ ਵਸਾ ਲੇਗਾ ਉਹ ਇੱਕ ਦਿਨ ਸਚਿਆਰ ਬਣ ਜਾਏਗਾ। ਤਬਲੇ ਉੱਪਰ ਕੇਤਾ ਭਾਰ। ਸਚਿਆਰ ਬੰਦੇ ਦਾ ਭਰਮ ਨਿਕਲ ਜਾਂਦਾ ਵੀ ਕਿਹੜਾ ਬੌਲਦਾ ਵੀ ਭਲਾ ਜਿਹੜਾ ਧਰਤੀ ਨੂੰ ਸਿੰਘਾਂ ਤੇ ਚੁੱਕ ਸਕਦਾ। ਜਿਹੜੇ ਕਿਸੇ ਬੌਲਦ ਨੇ ਚੁੱਕੀ ਵੀ ਆ, ਪੁਰਾਣੇ ਯੁੱਗਾਂ ਤੋਂ ਗੱਲ ਚੱਲਦੀ ਆਈ ਆ ਵੀ ਬੌਲਦ ਨੇ ਧਰਤੀ ਚੁੱਕੀ ਆ। ਅੱਜ ਸਾਇੰਸ ਨੇ ਸਿੱਧ ਕਰ ਦਿੱਤਾ ਵੀ ਜੋ ਗੁਰੂ ਨਾਨਕ ਨੇ ਕਿਹਾ ਉਹ ਸਹੀ ਆ, ਬਾਕੀ ਸਭ ਝੂਠ ਬੋਲਦੇ ਆ। ਕਿਉਂਕਿ ਧਰਤੀ ਤੇ ਸਪੇਸ ਦੇ ਵਿੱਚ ਲਟਕੀ ਪਈ ਆ, ਉਹਦੇ ਹੁਕਮ ਨਾਲ ਗੇਂਦ ਵਾਂਗੂ ਖਲੋਤੀ ਆ, ਕਿਸੇ ਨੇ ਨਹੀਂ ਚੁੱਕਿਆ ਉਹਨੂੰ। ਮਾਰੇ ਕਹਿੰਦੇ ਕੇਵਲ ਧਰਮ ਦੇ ਆਸਰੇ ਤੇ ਖਲੋਤੀ ਹੋਈ ਆ। ਜੇ ਬੌਲਦ ਨੇ ਚੁੱਕੀ ਆ ਤੇ ਉਹ ਬੌਲਦ ਦੇ ਪੈਰ ਕਿੱਥੇ ਲੱਗੇ ਹੋਏ ਆ? ਉਹ ਕਿਹਦੇ ਆਸਰੇ ਤੇ ਖਲੋਤਾ ਹੋਇਆ? ਜੇ ਕੋ ਆਖੇ ਬੌਲਦ ਦੇ ਥੱਲੇ ਹੋਰ ਇੱਕ ਬੌਲਦ ਧਰਤੀ ਆ ਤਾਂ ਮਹਾਰਾਜ ਅੱਗੋਂ ਹੋਰ ਦੱਸ ਰਹੇ ਹਨ। ਧਰਤੀ ਹੋਰ ਪਰੇ ਹੋਰ। ਜੇ ਕੋ ਆਖੇ ਉਹਦੇ ਅੱਗੇ ਥੱਲੇ ਹੋਰ ਧਰਤੀ ਆ ਤੇ ਉਹਦੇ ਬੌਲਦ ਨੇ ਚੁੱਕਿਆ ਤੇ ਮਾਰੇ ਕਹਿੰਦੇ ਫਿਰ ਉਹ ਧਰਤੀ ਕਿਹਦੇ ਆਸਰੇ ਤੇ ਖਲੋਤੀ ਆ? ਜੇ ਕੋ ਆਖੇ ਉਹਦੇ ਥੱਲੇ ਬੌਲਦਾ ਤੇ ਮਾਰੇ ਕਹਿੰਦੇ ਉਹਦੇ ਪੈਰ ਕਿੱਥੇ ਲੱਗੇ ਹੋਏ ਆ? ਮਾਰੇ ਕਹਿੰਦੇ ਇਹ ਸਾਰੀਆਂ ਗੱਲਾਂ ਝੂਠ ਨੇ। ਅਣਜਾਣਪੁਣੇ ਵਿੱਚ ਗਲਤ ਗਿਆਨ ਲੋਕਾਂ ਨੂੰ ਪੇਸ਼ ਕੀਤਾ ਗਿਆ ਤੇ ਲੋਕਾਂ ਨੂੰ ਭਰਮਾਇਆ ਗਿਆ ਹੈ ਜੀ। ਤਿਸ ਤੇ ਭਾਰ ਤਲੈ ਕਵਣ ਜੋਰ। ਇਸ ਕਰਕੇ ਦੁਨੀਆ ਦੇ ਬੰਦਿਆਂ ਨੂੰ ਗੱਲੀ ਬਾਤੀ ਨਹੀਂ ਪਤਾ ਲੱਗ ਸਕਦਾ ਵੀ ਕਿਹਦੇ ਜ਼ੋਰ ਨਾਲ ਧਰਤੀ ਖਲੋਤੀ ਆ, ਕਿਹੜੇ ਬੌਲਦ ਨੇ ਚੁੱਕੀ ਆ। ਕੇਵਲ ਧਰਮ ਹੀ ਬੌਲਦ ਹੈ।
ਧਰਮ ਦੇ ਆਸਰੇ ਹੀ ਧਰਤੀ ਖਲੋਤੀ ਹੈ ਜੀ। ਜੀ ਅਜਾਤ ਰੰਗਾਂ ਕੇ ਨਾਮ। ਉਸ ਧਰਤੀ ਦੇ ਵਿੱਚ ਕੀ ਆ ਜੀ? ਜਾਤ ਰੰਗਾਂ ਕੇ ਨਾਮ। ਕਈ ਜਾਤਾਂ ਪਾਤਾਂ ਲੋਕਾਂ ਨੇ ਬਣਾ ਦਿੱਤੀਆਂ ਜਿਹੜੀਆਂ ਰੱਬ ਨਹੀਂ ਸੀ ਚਾਹੁੰਦਾ। ਰੱਬ ਨੇ ਕੇਵਲ ਇਨਸਾਨ ਬਣਾਏ, ਲੋਕਾਂ ਕਈ ਕੁਝ ਵੰਡ ਕੇ ਰੱਖ ਦਿੱਤਾ। ਰੰਗਾਂ ਰੰਗਾਂ ਦੇ ਕਈ ਕਈ ਨਾਵਾਂ ਦੇ ਉਸ ਧਰਤੀ ਦੇ ਉੱਤੇ ਜੀ ਹਨ। ਸਭਨਾ ਲਿਖਿਆ ਬੁੜੀ ਕਲਾਮ। ਸਾਰਿਆਂ ਦੇ ਕਰਮਾਂ ਦੀ ਜਿਹੜੀ ਕਲਮ ਲਿਖਣ ਵਾਲੀ ਆ ਉਹ ਪਰਮਾਤਮਾ ਦੇ ਹੱਥ ਵਿੱਚ ਆ। ਨਾਲ ਨਾਲ ਲੇਖਾ ਲਿਖਿਆ ਜਾ ਰਿਹਾ ਸਭ ਦਾ। ਇਹੋ ਲੇਖਾ ਲਿਖ ਜਾਣੈ ਕੋਏ। ਪਰ ਜੇ ਕੋਈ ਬੰਦਾ ਉਹ ਜਿਹੜਾ ਲੇਖਾ ਮਨੁੱਖ ਜੋ ਕਰਮ ਕਰ ਰਹੇ ਨੇ ਇਹ ਵੀ ਲੇਖਾ ਬਣ ਰਿਹਾ। ਜੇ ਕੋਈ ਸਹੀ ਲੇਖਾ ਲਿਖਣਾ ਜਾਣ ਲਵੇ, ਭਾਵ ਕਿ ਜੇ ਕੋਈ ਚੰਗੇ ਕਰਮ ਕਰਨਾ ਜਾਣ ਲਵੇ ਤੇ ਉਹ ਰੱਬ ਦੇ ਲੇਖੇ ਤੋਂ ਬਚ ਸਕਦਾ ਹੈ ਜੀ। ਲੇਖਾ ਲਿਖਿਆ ਕੀਤਾ ਹੋਏ। ਔਰ ਫਿਰ ਵਾਹਿਗੁਰੂ ਕਰਤੇ ਪੁਰਖ ਨੇ ਜੋ ਲੇਖਾ ਲਿਖਿਆ ਹੋਇਆ, ਭਾਵ ਕਿ ਉਹਦਾ ਜਿਹੜਾ ਪ੍ਰਬੰਧ ਆ, ਕੌਣ ਜਾਣੇ ਵੀ ਇਹ ਕਿੱਡਾ ਕੁ ਵੱਡਾ ਪ੍ਰਬੰਧ ਆ। ਕੋਈ ਗਿਆਨਵਾਨ ਏਡਾ ਸਿਆਣਾ ਨਹੀਂ ਹੈਗਾ ਜਿਹੜਾ ਉਹਦੇ ਲੇਖੇ ਨੂੰ ਜਾਣ ਸਕੇ। ਕੀਤਾ ਤਾਣ ਸਵਾਲਿਓ ਰੂਪ। ਉਹ ਕਿੱਡਾ ਕੁ ਉਹਦਾ ਬਲ ਵਾ, ਕੀ ਉਹਦਾ ਪ੍ਰਬੰਧ ਵਾ, ਕਿੱਡੀ ਕਿ ਉਹਦੀ ਸੁੰਦਰਤਾ, ਕੋਈ ਕੁਛ ਨਹੀਂ ਜਾਣ ਸਕਦਾ। ਕੀਤੀ ਦਾਤ ਜਾਣੇ ਕੌਣ ਕੂਤ। ਕਿੰਨੇ ਜੀ ਬਣਾਏ ਨੇ ਤੇ ਕਿੰਨਿਆਂ ਨੂੰ ਉਹ ਲਗਾਤਾਰ ਦਾਤਾਂ ਦੇਈ ਜਾ ਰਿਹਾ, ਇਹਦੇ ਬਾਰੇ ਵੀ ਕੋਈ ਕੁਛ ਨਹੀਂ ਜਾਣਦਾ। ਕੀਤਾ ਪਸਾਓ ਏਕੋ ਕਵਾਓ। ਔਰ ਉਹਨੂੰ ਸ੍ਰਿਸ਼ਟੀ ਬਣਾਉਣ ਲੱਗਿਆ ਟਾਈਮ ਨਹੀਂ ਲੱਗਾ, ਕੇਵਲ ਇੱਕ ਹੁਕਮ ਕੀਤਾ ਤੇ ਸਭ ਸ੍ਰਿਸ਼ਟੀ ਬਣ ਗਈ। ਤਿਸਤੇ ਹੋਏ ਲੱਖ ਦਰਿਆਓ। ਔਰ ਉਹਦੇ ਹੁਕਮ ਦੇ ਨਾਲ ਲੱਖਾਂ ਦਰਿਆ ਜ਼ਿੰਦਗੀਆਂ ਦੇ ਵਗੇ। ਦਰਿਆ ਕੱਲੇ ਪਾਣੀ ਦੇ ਹੀ ਨਹੀਂ, ਲੱਖਾਂ ਦਾ ਭਾਵ ਬੇਅੰਤ ਜ਼ਿੰਦਗੀਆਂ ਦੇ ਦਰਿਆ ਵਗ ਗਏ ਨੇ। ਰੁੱਖ ਪੈਦਾ ਹੋ ਗਏ, ਪਸ਼ੂ ਪੰਛੀ ਕੀੜੇ ਮਕੌੜੇ ਮਨੁੱਖ ਨਦੀਆਂ ਪਹਾੜ ਨਾਲੇ ਇੱਕ ਹੁਕਮ ਦੇ ਵਿੱਚ ਸਭ ਪੈਦਾ ਹੋਏ। ਕੁਦਰਤ ਕਵਣ ਕਹਾ ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਤੇਰੀ ਕੁਦਰਤ ਦੀ ਕੀ ਵਿਚਾਰ ਕਰਾਂ, ਮੇਰੇ ਕੋ ਬੋਲ ਕੇ ਦੱਸਿਆ ਨਹੀਂ ਜਾਂਦਾ। ਵਾਰਿਆ ਨਾ ਜਾਵਾਂ ਏਕ ਵਾਰ। ਫੇਰ ਆ ਵਾਹਿਗੁਰੂ ਜੀ ਤੇਰੇ ਪ੍ਰਬੰਧ ਤੋਂ ਮੈਂ ਇੱਕ ਵਾਰੀ ਵੀ ਸਦਕੇ ਜਾਣ ਜੋਗਾ ਨਹੀਂ, ਭਾਵ ਕਿ ਮੇਰੀ ਪਾਇਆ ਬਹੁਤ ਛੋਟੀ ਆ, ਮੈਂ ਤੇਰਾ ਕੀ ਵਖਿਆਣ ਕਰਾਂ। ਜੋ ਤੁਧ ਭਾਵੈ ਸਾਈ ਭਰੀ ਕਾਰ। ਤੂੰ ਮੇਰੇ ਤੇ ਕਿਰਪਾ ਕਰ, ਮੈਂ ਤੇਰਾ ਭਾਣਾ ਮੰਨਣ ਜੋਗਾ ਹੋ ਸਕਾਂ, ਤੇਰੀ ਰਜਾ ਮੰਨਾਂ। ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਤੇਰੇ ਅੱਗੇ ਹੱਥ ਤਾਂ ਜੋੜਨਾ ਵਾਂ ਵੀ ਸਦਾ ਰਹਿਣ ਵਾਲਾ ਹੈ ਹੀ ਤੂੰ ਆ, ਬਾਕੀ ਤੇ ਇੱਥੋਂ ਤੁਰ ਜਾਣ ਵਾਲੇ ਨੇ। ਹੁਣ ਅੱਗੋਂ ਕੱਲ ਨੂੰ ਕਥਾ ਇਹ ਆਰੰਭ ਹੋਊਗੀ ਜਿਹੜੀ ਗੁਰੂ ਸਾਹਿਬ ਨੇ ਆਖਿਆ ਨਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਹ ਜਿਹੜੇ ਦਰਿਆ ਵਗੇ ਆ ਨਾ, ਉਹਨਾਂ ਦਰਿਆਵਾਂ ਦੀਆਂ ਅਗਲੀ ਪੌੜੀਆਂ ਵਿੱਚ ਕਥਾ ਵਾ ਵੀ ਉਹ ਕਿਹੜੇ ਕਿਹੜੇ ਦਰਿਆ ਵਗੇ ਆ। ਸਤਿਗੁਰੂ ਜੀ ਕਿਰਪਾ ਕਰਨ। ਮਹਾਰਾਜ ਇੱਥੋਂ ਕੱਲ ਨੂੰ ਵਿਚਾਰ ਫਿਰ ਆਰੰਭ ਹੋਵੇਗੀ। ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਹੁੰਦੀਆਂ ਨੇ, ਮਹਾਰਾਜ ਬਖਸ਼ ਲੈਣ। ਗੁਰੂ ਅਤੇ ਸੰਗਤ ਬਖਸ਼ਣਯੋਗ ਹੈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।